ਨਹੀਂ, ਅਸਲ ਦੇ ਵਿੱਚ ਮਿਰਜ਼ਾਈ ਜਿਹੜੇ ਨੇ ਉਹ ਹੈਂਗ ਤੇ ਦੋ ਕੈਟੇਗਰੀਆਂ ਦੇ ਨੇ, ਕਮ ਅਜ਼ ਕਮ ਦੋ ਤੇ ਉਂਝ ਜ਼ਿਆਦਾ ਵੀ ਹੋ ਸਕਦੀਆਂ ਨੇ। ਕੁਝ ਮਿਰਜ਼ਾਈ ਨੇ ਬੈਨੀਫਿਸ਼ਰੀਜ਼ ਨੇ ਨਾ ਇਸ ਪ੍ਰੋਗਰਾਮ ਦੇ, ਸਿਸਟਮ ਦੇ, ਉਹ ਮੁਲਹਿਦ ਨੇ। ਉਹਨਾਂ ਨੂੰ ਇਹ ਜੋ ਕੋਈ ਇਹਨਾਂ ਦੇ ਮੁਰੱਬੀ ਤਵੀਲਾਂ ਸ਼ਵੀਲਾਂ ਪੇ ਕਰਦੇ ਨੇ, ਜੋ ਕੋਈ ਪੇ ਵਾਰਦਾਤਾਂ ਕਰਦੇ ਨੇ, ਉਹ ਸਭ ਉਹ ਡਾਈਜੈਸਟ ਕਰੀ ਆਉਂਦੇ ਨੇ। ਲੇਕਿਨ ਕੁਝ ਦੂਸਰੀ ਕੈਟੇਗਰੀ ਦੇ ਉਹ ਮਿਰਜ਼ਾਈ ਨੇ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੈ ਕਿ ਇਹ ਸਾਡੇ ਨਾਲ ਹੱਥ ਕੀ ਹੋਣ ਲੱਗੇ, ਸਾਡੇ ਨਾਲ ਵਾਰਦਾਤ ਕੀ ਹੋਣ ਲੱਗੀ। ਯਕੀਨਨ ਉਹ ਬੰਦੇ ਜਿਹੜੇ ਨੇ ਉਹ ਹਮਦਰਦੀ ਦੇ ਲਾਇਕ ਨੇ ਤੇ ਕੋਸ਼ਿਸ਼ ਕਰਦਿਆਂ ਰਹਿਣੀ ਚਾਹੀਦੀ ਹੈ, ਬਾਵਜੂਦ ਇਸ ਤੇ ਕਿ ਇਹਨਾਂ ਨੂੰ ਅਲੱਗ ਕਰਨਾ ਬੜਾ ਮੁਸ਼ਕਿਲ ਜਿਹਾ ਕੰਮ ਹੈ। ਇਹਨਾਂ ਨੂੰ ਕੱਢ ਕੇ ਲਿਆ ਕੇ ਤੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਮੁਸ਼ਕਿਲ ਹੈ ਕਿ ਉਹ ਦੂਸਰੀ ਕੈਟੇਗਰੀ ਹੈ ਤੇ ਇਹ ਪਹਿਲੀ ਕੈਟੇਗਰੀ ਹੈ, ਕਿਉਂਕਿ ਮਿਕਸ ਮਾਲ ਹੁੰਦਾ ਤੇ ਕੋਈ ਹੁੰਦੇ ਨੇ ਵਿੱਚ ਨੀਮ ਕਨਵਿੰਸ ਲੋਕ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਬਰ ਨਾਲ, ਹੌਸਲੇ ਨਾਲ ਤੁਸੀਂ ਲੋਕਾਂ ਨੂੰ ਦੱਸਦੇ ਰਹੋ, ਬਾਕੀ ਫਿਰ ਅੱਲਾ ਦੇ ਹੱਥ ਵਿੱਚ ਗੱਲ ਹੈ। ਤੇ ਗੱਲ ਤੇ ਬੜੀ ਤਕਲੀਫ ਦੇਣਾ, ਬਾਤ ਤਾਂ ਸੱਚ ਹੈ ਮगर बात है रुसवाई की। ਜਿਹੜਾ ਵੀ ਬੰਦਾ ਇਸ ਗੱਲ ਨੂੰ ਸੁਣੇਗਾ ਉਹ ਫੜਕੇਗਾ ਵੀ ਇਹ ਕੀ ਬਕਵਾਸ। आमिर भाई विच उस नाल मैं गल्लां करदा मिर्ज़ाइयां दे अकीदे ने ए ने ते ओ अज उस आखे भाई मिर्ज़ाइयां दे बारे ते मन काई गल करनी नहीं। ਇਹ ਹੁਣ ਪੜੋ ਨਾ ਜਿਹੜਾ ਪੋਸਟਰ ਲੱਗਿਆ, ਕੀ ਲਿਖਿਆ? ਆਇਤ ਮਿਸਾकुन नबीयीन अंसर रजा बा मुकाबला मिर्जा साहब, जागो मिर्जाइयो जागो। ਕੀ ਕਹਿ ਰਹੇ ਹੋ ਤੁਸੀਂ ਅਸਦ ਸਾਹਿਬ? ਉੱਤੇ ਆ ਕੇ ਗੱਲ ਕਰ ਲਓ ਯਾਰ, ਸਮਝ ਨਹੀਂ ਆ ਰਹੀ ਤੁਸੀਂ ਥੱਲੇ ਕੀ ਮੈਸੇਜ ਲਿਖ ਰਹੇ ਹੋ। ਆਵਾਜ਼ ਲੋ ਹੈ, ਕੀ ਹੋਇਆ? ਭਰਜਾਈ ਫਿਰ ਲੜ ਬੈਠੀ ਹੈ? ਨਹੀਂ, ਭਰਜਾਈ ਨਾਲ ਕੋਈ ਸਾਡਾ ਮਸਲਾ ਨਹੀਂ ਹੈ, ਭਰਜਾਈ ਜਾਣੇ ਤੇ ਉਹਦੇ ਦੇਵਰ ਜਾਣਨ, ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਲੇਕਿਨ ਇਹ ਕਿ ਇਹ ਮੁਨਾਜ਼ਰਾ ਰਾਤੀ ਹੋਇਆ, ਉਹਦੇ ਚ ਉਹਨਾਂ ਨੇ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਸਾਹਿਬ ਦੇ ਵੀ ਮੌਕਫ ਦੇ ਖਿਲਾਫ ਇੱਕ ਮੌਕਫ ਪੇਸ਼ ਕੀਤਾ। ਸੋ ਅਸੀਂ ਇੱਕ ਅਵੇਅਰਨੈਸ ਪ੍ਰੋਗਰਾਮ ਚਲਾ ਰਹੇ ਹਾਂ। ਭੱਟੀ ਸਾਹਿਬ ਆ ਗਏ ਨੇ ਸ਼ਾਇਦ, ਭੱਟੀ ਸਾਹਿਬ ਤੇ ਵਲੀਦ ਭਾਈ ਤੁਸੀਂ ਗੱਲ ਕਰ ਲਓ ਤੇ ਮੈਂ ਕੋ ਸਜਦਾ ਦੇ ਲਾਂ ਨਮਾਜ਼। आमिर भाई मेरा छोटा जिहा आखिरी छोटा जिहा आखिरी बिल्कुल छोटा जिहा ਜਿਹੜਾ ਇਹ ਸਵਾਲ ਹੈ ਜਲਦੀ। हाँ जी ਇਹ ਤਾਂ ਕਹਿੰਦੇ ਸਨ ਮਿਰਜ਼ਾਈ ਕਿ ਉਹ ਤਾਂ ਨੌਕਰ ਹੈ ਜੀ, ਖਾਦਮ ਆਲਾ ਹੈ ਤੇ ਉਹ ਇਤਾਅਤ ਦੇ ਵਿੱਚ ਨਬੂਵਤ ਮਿਲੀ ਤੇ ਉਹ ਆਕਾ ਦੋ ਜਹਾਂ ਸੱਲੱਲਾਹੁ अलैहि वसल्लम। ਇਸ ਦੇ ਅੰਦਰ ਤੋਂ ਖੁਦ ਬਕਾਇਦਾ ਕੁਰਾਨ ਪਾਕ ਦੇ ਅੰਦਰ ਉਹਨੂੰ ਸ਼ਾਮਿਲ ਕਰ ਰਹੇ ਨੇ। ਠੀਕ, ਅੱਛਾ ਹੁਣ ਵਲੀਦ ਭਾਈ ਅਗਰ ਮੌਜੂਦ ਹੋ ਫਾਰਗ ਹੋ ਤੇ ਤੁਸੀਂ ਗੱਲ ਕਰ ਲਓਗੇ ਭੱਟੀ ਸਾਹਿਬ ਨਾਲ? मैं कर दूंगा। ਵਾਲੇकुम अमर भाई ऐसे थोड़ा जा कम करने जो है मैं ਤੁਹਾਨੂੰ ਵਾਦਾ ਭੇਜਿਆ ਤੇ ਨਾ ਬਦਲਣੇ ਜੋ ਹੈ ਇਹ ਵਾਦਾ ਥੋੜਾ ਵੱਡਾ ਕਰੋ ਯਾਰ। ਕੀ ਕਰਦੇ ਹੋ ਤੁਸੀਂ? ਵਾਦਾ ਸਹੀ लगा है। हौसला रखो। हमारे नजदीक मिसाकुन नबीयीन के मुसद्दक हजरत सल्लल्लाहु अलैहि वसल्लम है। मौलवी मोहम्मद अली साहब ने गलत बयानी से काम लिया है। मोहम्मद अली साहब की जगह ते ना इथे अंसर रजा दा होना चाहिए। ਲਓ ਜੀ, ਇਹ ਤੇ ਹੋਰ ਵੱਡਾ ਮਸਲਾ ਖੜਾ ਹੋ ਗਿਆ। ਕਿਤੇ ਮੌਲਵੀ ਨੇ ਸਾਨੂੰ ਸਾਹ ਲੈਣ ਦਿੰਦਾ ਨਾ, ਕੋਈ ਨਾ ਕੋਈ ਪਿੱਛੋਂ ਕੱਢ ਲਿਆਉਂਦਾ, ਕੁਛ ਹੋਰ ਕੱਢ ਲਿਆਉਂਦਾ, ਅਗਲੀ ਤੋਂ ਜਾਨ ਛੁੱਟਦੀ ਨਹੀਂ। ਤਿਆਰ ਕੀਤੀ ਤੁਸੀਂ, ਮੈਂ ਦਿੱਤੀ ਨਹੀਂ ਸਿਰੋ ਤੁਸੀਂ ਉੱਪਰੋਂ ਤੁਸੀਂ ਆਪੇ ਕੱਢੀ ਕਿਤਨੇ ਤੋਂ ਨਹੀਂ। ਤੇ ਇਹਦੇ ਵਿੱਚ ਮੌਲਵੀ ਮੁਹੰਮਦ ਅਲੀ ਸਾਹਿਬ ਦਾ ਜਿਹੜਾ ਮੌਕਫ ਹੈ ਉਹ ਹੈ ਕਿ ਮਿਸਾकुन नबीयीन ਦੇ ਵਿੱਚ ਮੁਸੱਦਕ ਮਿਰਜ਼ਾ ਸਾਹਿਬ ਨੇ ਨਹੀਂ, ਉਹਨੇ ਇਲਜ਼ਾਮ ਲਾਇਆ ਇਹਨਾਂ ਦੇ ਉੱਤੇ, ਜਿਹੜਾ ਇਲਜ਼ਾਮ ਅੱਜ ਅਨਸਰ ਰਜ਼ਾ ਕਹਿ ਰਿਹਾ ਕਿ ਦਰੁਸਤ ਹੈ। ਗੱਲ ਸਮਝ ਗਏ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੱਲ ਇਹ ਕਿ ਜਿਹੜੀ ਗੱਲ ਅਨਸਰ ਰਜ਼ਾ ਕੀਤੀ ਹੈ ਨਾ, ਇਹ ਮੌਲਵੀ ਮੁਹੰਮਦ ਸਈਦ ਨੇ 19 ਅਪ੍ਰੈਲ 1915 ਦੇ ਖੁਤਬੇ 'ਚ ਕੀਤੀ ਹੈ। ਠੀਕ ਹੈ ਨਾ? ਇਹ ਅਗੂਸ ਤੇ ਮੁਹੰਮਦ ਅਲੀ ਲਾਹੌਰੀ ਨੇ ਜਰਾ ਕਰ ਮਾਰੀ ਹੈ। ठीक है, ये उस जरा दे बयान है कि ऐसा ना मिसदाक ते होवे मोहम्मद अली लाहौरी गलत इल्जाम पे लाना ऐसा ये उसका जवाब दे देना। ठीक, अच्छा ये गल बड़ी जरूरी है, तवलीद भाई नु कर लेंदे, कोई बंदा ना विच बोलिया ते
मैं नमाज पढ़ के आवा तो इत्थे कोई लाला लाला हो जाए। जी भट्टी साहेब अस्सलाम वालेकुम, की हाल चाल है? ठीक ठाक हो? जी वालेकुम अस्सलाम वरहमतुल्लाह जी, बहुत शुक्रिया जी। सारे दोस्तों ਨੂੰ जी मेरी तरफ मुहब्बत भरा सलाम। ਤੇ ਮਾਸ਼ਾਅੱਲਾ ਜੀ मैं सुन रहा सा अवेयरनेस का काम जारी है ਤੇ ठीक है जी, बहुत शुक्रिया जी। लाओ जी मेरा भी नंबर। ਅਵੇਅਰਨੈਸ ਦੇ ਵਿੱਚ ਭੱਟੀ ਸਾਹਿਬ ਤੁਸੀਂ ਵੀ ਇੱਕ ਨੰਬਰ ਦੇ ਵਿੱਚ ਹੈ ਕਿ ਸਾਡਾ ਦਿਲ ਹੈ ਕਿ ਤੁਹਾਨੂੰ ਵੀ ਅਵੇਅਰਨੈਸ ਦਿੱਤੀ ਜਾਵੇ। जी जी जरूर जरूर। ਤੇ ਜਾਂ ਤੁਸੀਂ ਮੈਨੂੰ ਦਿਓ ਜਾਂ ਮੈਂ ਤੁਹਾਨੂੰ ਦੇ ਦਿਆਂਗਾ ਤੇ ਦੋਨੋਂ ਇੱਕ ਦੂਸਰੇ ਨੂੰ ਦਿੰਦੇ ਆ ਅਵੇਅਰਨੈਸ। नहीं मैं तो ਤੁਹਾਨੂੰ ਪਤਾ ਹਮੇਸ਼ਾ ਅਵੇਅਰਨੈਸ ਲੈਣਾ ਹੀ ਆ ਤੇ ਇਨਸ਼ਾਅੱਲਾ ਇੱਕ ਵਕਤ ਆਏਗਾ ਜਿਵੇਂ ਤੁਸੀਂ ਮਾਸ਼ਾਅੱਲਾ ਇਹ ਮੈਦਾਨੇ ਅਮਲ ਚੋਂ ਨਿਕਲ ਆਏ ਹੋ, ਇਸੇ ਤਰ੍ਹਾਂ ਦੁਆ ਕਰੋ ਮੇਰੇ ਵਾਸਤੇ ਵੀ ਕਿ ਮੈਂ ਵੀ ਫਿਰ ਇਸ ਤਰ੍ਹਾਂ ਮੈਦਾਨੇ ਅਮਲ ਚ ਨਿਕਲਾਂ। ਨੈਕਸਟ ਮਾਸ਼ਾਅੱਲਾ ਤੁਸੀਂ ਸ਼ੁਰੂ ਕਰ ਦਿੱਤਾ ਹੈ ਤੇ ਅਜੇ ਮੈਂ ਸਿੱਖ ਰਿਹਾ ਜੀ। ਤੇ ਇਹ ਜਿਹੜਾ ਅਵੇਅਰਨੈਸ ਵਾਲਾ ਸਿਲਸਿਲਾ ਸ਼ੁਰੂ ਕੀਤਾ ਹੈ ਤਾਰਕ ਸਾਹਿਬ ਸਨ ਪਹਿਲੇ, ਹੁਣ ਤੁਸੀਂ ਮੇਰਾ ਨੰਬਰ ਲਾਓ, ਨੰਬਰ ਵੀ ਵੇਖ ਲਓ ਕਿੰਨਾ ਹੈ, ਸੁਬਾਹ ਦੀ ਮਾਸ਼ਾਅੱਲਾ ਲੱਗੇ ਹੋ ਤੁਸੀਂ, ਪੰਜਵਾਂ ਚੌਥਾ ਜਿਹੜਾ ਨੰਬਰ ਵੀ ਆਉਂਦਾ ਮੇਰਾ ਲਾ ਤੇ ਦਿਓ। ਫਿਰ ਭੱਟੀ ਸਾਹਿਬ ਅਗਰ ਤੁਸੀਂ ਤਾਰਕ ਸਾਹਿਬ ਦੇ ਨਾਲ ਮੇਰੀ ਗੱਲ ਸੁਣੀ ਆ ਕਿ ਨਹੀਂ ਸੁਣੀ, ਫਿਰ ਗੱਲ ਨੂੰ ਥੋੜਾ ਸ਼ਾਰਟ ਕਰਕੇ ਕਰਦੇ ਆ ਨਾ। ਨਹੀਂ ਨਹੀਂ ਮੈਂ ਸੁਣੀ ਹੈ, ਨਹੀਂ ਮੈਂ ਸ਼ਾਰਟ ਨਹੀਂ ਕਰਨਾ, ਮੈਂ ਸ਼ੁਰੂ ਤੋਂ ਹੀ ਕਰਨਾ ਜੀ। ਉਹਦਾ ਤੁਸੀਂ ਹਰ ਇੱਕ ਦਾ ਨੰਬਰ ਆਪਣਾ ਹੁੰਦਾ ਨਾ ਜੀ। ਅੱਛਾ ਤੇ ਚਲੋ ਫਿਰ ਇਦਾਂ ਕਰਕੇ ਕਰਦੇ ਆ, ਫਿਰ ਉੱਥੇ ਸ਼ੁਰੂ ਕਰ ਲੈਂਦੇ ਆ ਕਿ ਤੁਸੀਂ ਫਿਰ ਕੱਲ ਰਾਤ ਵਾਲਾ ਮੁਨਾਜ਼ਰਾ ਸੁਣਿਆ ਸੀ ਅਨਸਰ ਰਜ਼ਾ ਸਾਹਿਬ ਦਾ? ਜੀ ਮੈਂ ਉਹ ਵੀ ਸੁਣਿਆ ਸੀ। ਅੱਛਾ ਉਹ ਸੁਣਿਆ ਸੀ। ਉਹਦੇ ਵਿੱਚ ਫਿਰ ਤੁਹਾਨੂੰ ਪਤਾ ਹੋਏਗਾ ਕਿ ਉਹਨਾਂ ਨੇ ਇਜਰਾਏ ਨਬੂਵਤ ਦੀ ਦਲੀਲ ਦਿੱਤੀ ਸੀ ਸੂਰੇ ਆਲੇ ਇਮਰਾਨ ਦੀ ਆਇਤ ਨੰਬਰ 81 ਮਿਸਾਕੁਨ ਨਬੀਜੀਨ ਵਾਲੀ। ਗੱਲ ਇਹ ਵੇ ਆਪਣਾ ਜਿਹੜੀ ਵੀ ਗੱਲ ਵਲੀ ਸਾਹਿਬ ਹੋਣੀ ਤੁਹਾਡੇ ਕੋਲ ਰਿਕਾਰਡਿੰਗ ਮੌਜੂਦ ਹੈ, ਠੀਕ ਹੈ? ਰਿਕਾਰਡਿੰਗ ਵੀ ਨਾਲ ਲਾਣੀ ਜੇ, ਮੈਨੂੰ ਤਾਂ ਸਮਝ ਆਣੀ ਜੀ। ਭੱਟੀ ਸਾਹਿਬ ਜਦੋਂ ਇਨਸਾਨ ਅਵੇਅਰਨੈਸ ਲੈਣ ਆਉਂਦਾ ਵਾ ਨਾ ਜੀ, ਤੇ ਅਗਰ ਉਹ ਇਹ ਕਵੇ ਕਿ ਮੈਂ ਵਾਕਈ ਹੀ ਅਵੇਅਰਨੈਸ ਲੈਣ ਆਇਆ ਵਾਂ ਤੁਹਾਡੇ ਕੋਲੋਂ, ਤੇ ਫਿਰ ਬਿਹਤਰ ਤੇ ਇਹ ਹੁੰਦਾ ਵਾ ਕਿ ਬੰਦਾ ਵਾਕਈ ਹੀ ਇਹ ਦੱਸੇ ਜ਼ਰੂਰ ਜਾਂ ਇਹ ਕਟੋ ਪੇਸ਼ੇ ਫੀਲ ਅਗਲੇ ਬੰਦੇ ਨੂੰ ਕਰਾਵੇ ਕਿ ਜਿਹੜੀ ਗੱਲ ਮੈਂ ਕੀਤੀ ਆ ਨਾ ਉਹ ਵਾਕਈ ਮੈਂ ਠੀਕ ਕੀਤੀ ਆ। ਮੈਂ ਸਿਰਫ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਇਹ ਗੁਜ਼ਾਰਿਸ਼ ਕੀਤੀ ਹੈ ਕਿ ਮੁਨਾਜ਼ਰਾ ਤੁਸੀਂ ਸੁਣਿਆ, ਤੁਸੀਂ ਕਿਹਾ ਜੀ ਬਿਲਕੁਲ ਮੈਂ ਸੁਣਿਆ। ਮੈਂ ਸਿਰਫ ਤੁਹਾਨੂੰ ਇਹ ਗੱਲ ਪੁੱਛੀ ਆ ਕਿ ਉਸ ਮੁਨਾਜ਼ਰੇ ਦੇ ਵਿੱਚ ਅਨਸਰ ਰਜ਼ਾ ਸਾਹਿਬ ਨੇ ਦਲੀਲ ਦੇ ਤੌਰ ਤੇ ਇਹ ਆਇਤ ਪੇਸ਼ ਕੀਤੀ ਸੀ? ਤੁਸੀਂ ਜਾਂ ਤਾਂ ਕਹਿ ਸਕਦੇ ਹੋ ਕਿ ਵਲੀਦ ਭਾਈ ਨਹੀਂ ਪੇਸ਼ ਕੀ, ਮੈਂ ਰਿਕਾਰਡਿੰਗ ਲਾ ਦਾਂਗਾ, ਜਾਂ ਤੁਸੀਂ ਕਹੋ ਕਿ ਹਾਂਜੀ ਵਲੀਦ ਭਾਈ ਵਾਕਈ ਉਹਨਾਂ ਨੇ ਇਹ ਆਇਤ ਪੇਸ਼ ਕੀ ਥੀ, ਫਿਰ ਅੱਗੇ ਗੱਲ ਆਪਾਂ ਕਰ ਸਕਦੇ ਹਾਂ। ਜਿੱਥੇ ਤੁਸੀਂ ਕਹੋਗੇ ਕਿ ਨਹੀਂ, ਉੱਥੇ ਮੈਂ ਜ਼ਰੂਰ ਕੋਈ ਨਾ ਕੋਈ ਉਹਦੀ ਦਲੀਲ ਦਾਂਗਾ ਤੁਹਾਡੇ ਸਾਹਮਣੇ, ਲੇਕਿਨ ਉਨੀ ਦੇਰ ਤੱਕ ਤਾਂ ਨਾ ਕਹੋ ਨਾ। ਹੁਣ ਕਰ ਲਓ। ਨਹੀਂ ਮੈਂ ਅਰਜ਼ ਕਰ ਰਿਹਾ ਹਾਂ, ਤੁਸੀਂ ਕਿਹੜੀ ਆਇਤ ਦੀ ਗੱਲ ਕਰ ਰਹੇ ਹੋ? सूरह आल इमरान दी आयत नंबर 81 व इज अखज़ल्लाहु मीसाक़न नबिय्यीन लमा आतैतुकुम मिन किताबिन व हिकमा सुम्मा जाअकुम रसूलुम मुसद्दिक़ुन लिमा मअकुम लतुमिनुन बिही व लतंसुरुन्ना। ए वाली आयत दी मैं गल कर रहा हूं। ਇਹ ਵੇ ਆਇਤ ਨੰਬਰ ਪਹਿਲੀ जी ये पेश की सी उन्होंने, ਇਹ ਪੇਸ਼ ਕੀਤੀ ਸੀ। ਇਹ ਵੇ ਆਇਤ ਨੰਬਰ ਪਹਿਲੀ बिल्कुल इदां ही, ਜਿਹਦੇ ਵਿੱਚ नबी अकरम सल्लल्लाहु अलैहि वसल्लम मुसद्दक ने ਤੇ ਅਨਸਰ ਰਜ਼ਾ ਸਾਹਿਬ ਕੱਲ ਕੀ ਫਰਮਾ ਰਹੇ ਸੀ? ਉਹ ਤੇ ਕਹਿ ਰਹੇ ਸੀ ਕਿ ਇਸ ਆयत ਦੇ ਵਿੱਚ मिसाकुन नबीजीन वाली ये जौन सी आयत है, इसके अंदर जो मिसाक लिया गया है नबियों से, उसमें नबी पाक सल्लल्लाहु अलैहि वसल्लम शामिल हैं, क्योंकि उन्हें भी किताब और हिकमत दी गई है। और फिर उनके बाद एक मुसद्दिक रसूल ने आना है, ये है दलील उनके इजराए नबूवत की। तो वो जो एक रसूल मुसद्दिक रसूल ने आना है, उस पे वो बात कर रहे थे। नहीं, अच्छा ऐसे नहीं वो कर रहे थे, बताएं। मैं अपना वली साहब मैं यही तो कह रहा हूँ कि ये अब फैसला होगा कि जो आप बात कर रहे हैं ये आयत भी पेश की गई है, ठीक है? इसमें सब नबियों का जिक्र है, ठीक है, ठीक है? उसके बाद दूसरी जो आयत पेश की गई है, दूसरी आयत नहीं पेश की गई? बिल्कुल कही गई है, सूरत अहज़ाब की आयत नंबर 8। तो उधर क्या कहा गया? पहले इनू हल करके तो फिर दूसरे पासे जाने ना, दूसरी आयत तुसी आप ही कहा ना, दूसरी आयत एक और पेश की गई है। जी, मैं पहले पहली आयत नू आप हल कर देना, फिर हम दूसरी आयत पे भी देखते हैं कि उधर क्या है। मैं सिर्फ पहली आयत सिर्फ इन्नी गल तुहानू पूछना चाहना वा, छड़ दिओ इस टाइम, चलो अंसर रज़ा साहब नू 1 मिनट वास्ते रोक के पूछदे हां
کہ اس کے اندر جو میثاق لیا گیا تمام نبیوں سے، اس میں تمام نبی شامل ہیں؟ جی آپ اپنا نا، میں آپ کو سے لینے آیا ہوں فہم، ٹھیک ہے؟ اب آپ نے مجھے بتانا ہے کہ اس میں انصر رضا صاحب نے کیا اخذ کیا ہے اور آپ اس سے کیا اخذ کرتے ہیں، ایسے ہی ہے؟ اس میں ہم یہ اخذ کرتے ہیں کہ اس میں میثاق النبیین والی آیت کے اندر جو میثاق اللہ پاک نے لیا ہے وہ اللہ پاک نے تمام انبیاء کرام سے لیا ہے، صرف اور صرف رسول پاک صلی اللہ علیہ وسلم سے نہیں لیا، اور ان کے لیے میثاق لیا گیا ہے، نبی پاک صلی اللہ علیہ وسلم کے لیے لیا گیا ہے تمام انبیاء کرام سے۔ اور انصر رضا صاحب کا یہ موقف ہے کہ یہ میثاق تمام انبیاء کرام سے لیا گیا ہے سمیت نبی پاک صلی اللہ علیہ وسلم سے بھی۔ اب آپ کیا کہتے ہیں، ان دونوں میں سے کون سی بات درست ہے؟ اچھا ایسے کرتے ہیں، میں نا اس کا ترجمہ پڑھتا ہوں، پہلے مجھے بتائیے گا کہ کیا میں نے ٹھیک کہا ہے، ہو سکتا ہے پھر مجھے تھوڑی سی نا وضاحت سے آپ کی بات سمجھ آ جائے، ٹھیک ہے؟ نہیں تو میں جی تمہیں دو چیزاں پیش کی ہیں، وہ تسی کوئی ایک بھی گل نہ ٹھیک کہہ سکتے ہو نہ غلط کہہ سکتے ہو۔ نہیں مجھے نئی بات کی سمجھ آئی، میں صحیح بات کہہ رہا ہوں، آپ ٹھیک ہے، آپ کے کھول لیں، ٹھیک ہے؟ میرے سامنے ہے، پڑھیں۔ اور جب اللہ نے نبیوں کا میثاق لیا کہ جب کہ میں تمہیں کتاب اور حکمت دے چکا ہوں، پھر اگر کوئی ایسا رسول تمہارے پاس آئے جو اس بات کی تصدیق کرنے والا ہو جو تمہارے پاس ہے تو تم ضرور اس پر ایمان لے آؤ گے۔ ٹھیک ہو گیا۔ یہاں تک بات ذرا مجھے بتائیں، یہ کیا ہے اس میں؟ اور جب یہاں اللہ نے نبیوں کا میثاق لیا کہ جب کہ میں تمہیں کتاب اور حکمت دے چکا ہوں، پھر اگر کوئی ایسا رسول تمہارے پاس آئے جو اس بات کی تصدیق کرنے والا ہو جو تمہارے پاس ہے تو تم ضرور اس پر ایمان لے آؤ گے۔ ٹھیک ہو گیا۔ اب اس سے آپ یہ سمجھے ہیں کہ جو پہلے آپ نے ترجمہ پڑھ کے جو آپ سمجھے ہیں وہ بس مجھے بتا دیں تاکہ پھر مجھے بات کرنے میں بہت زیادہ آسانی ہو جائے۔ میں بالکل زیرو سمجھا ہوں، میں آپ سے پوچھ رہا ہوں علی صاحب، کہ میں پوچھ رہا ہوں کہ یہ کیا ہے، میثاق کیا ہے، رسول کون ہے، تصدیق کرنے والا کون ہے؟ یقین کریں میرے سامنے قرآن کھلا ہے، میں بالکل صاف آپ کو کہہ رہا ہوں، اس وقت میرے ذہن میں کچھ بھی نہیں ہے۔ چلیں پھر میں اس کا ترجمہ کرتا ہوں، سنیں، لفظ با لفظ کرتا ہوں ترجمہ۔ بسم اللہ الرحمن الرحیم۔ اللہ پاک اس میں فرماتا ہے وَإِذْ أَخَذَ اللَّهُ مِيثَاقَ النَّبِيِّينَ، اور جب اللہ نے میثاق لیا نبیوں سے، لَمَا آتَيْتُكُم مِّن كِتَابٍ وَحِكْمَةٍ، جب میں تمہیں دوں کتاب اور حکمت، ثُمَّ جَاءَكُمْ رَسُولٌ مُصَدِّقٌ لِمَا مَعَكُمْ، اور پھر بھیجوں تمہارے پاس ایک رسول جو تصدیق کرنے والا ہو، لَتُؤْمِنُنَّ بِهِ وَلَتَنْصُرُنَّ، تو پھر تم نے اس پر ایمان بھی لانا ہے اور اس کی مدد بھی کرنی ہے۔ یہ ترجمہ ہے۔ اب اس ترجمے کے اندر ہم یہ سمجھتے ہیں کہ یہ جو میثاق ہے یہ تمام انبیاء کرام سے لیا گیا، اس وجہ سے کہ رسول پاک صلی اللہ علیہ وآلہ وسلم جب آئیں تو انہوں نے ان پر ایمان بھی لانا ہے اور ان کی مدد بھی کرنی ہے۔ یہ ہے ہمارا سمپل اور سادہ موقف۔ جی ٹھیک ہو گیا۔ اب یہ نبیوں سے میثاق لیا گیا ہے اور نبیوں کو کہا گیا ہے کہ جب کوئی رسول آئے گا، نبی آئے گا جو ان کی تصدیق کرے گا، تو نبیوں کو کہا گیا ہے کہ تم نے ایمان لانا ہے اس پر۔ ہاں جی، میثاق النبیین ہے نا، نبیوں سے یہ عہد لیا گیا ہے نا، ٹھیک ہے، تو اللہ نے اس میں اور آپ میثاق کا، لیا ہے نبیوں سے۔ آپ مجھے یہ بتا رہے ہیں کہ اس سے وہ جو تصدیق کرنے والا ہے وہ ہیں ہمارے نبی حضرت محمد صلی اللہ علیہ وسلم، جی ٹھیک ہے۔ اب نبی پاک صلی اللہ علیہ وسلم تشریف لے آئے اور انہوں نے تصدیق کر دی ان کتابوں کی جو پہلے آئی، پہلے جو نبی آئے۔ اب آپ پر ایمان کون لایا ہے ان نبیوں میں سے؟ اب اس آیت کے اندر تو
جو سمپل بات ہے وہ یہی ہے، یہ جو آپ نے ابھی پوچھی ہے مجھے، اس کا جواب میں آپ کو سمپل دے دیتا ہوں، اور پھر میں آپ کی طرف ایک سوال لوٹاؤں گا، تو براہ مہربانی اس کا بھی جواب دیجیے گا، کیونکہ آپ دے نہیں رہے کسی چیز کا جواب۔ تو میں آپ کو بتا دیتا ہوں کہ اس آیت کے اندر اللہ پاک نے نبی پاک صلی اللہ علیہ وآلہ وسلم کی شان بتائی ہے، ان کا رتبہ بتایا ہے، ان کی افضلیت بتائی ہے ہمیں، اور بتایا ہے کہ اس کے اندر نبی پاک صلی اللہ علیہ وآلہ وسلم سب سے افضل ہیں، ان سے افضل کوئی نہیں ہے اس دنیا میں، انسانوں میں، نبیوں میں، سب میں۔ تو اسی وجہ سے اللہ نے تمام انبیاء کرام سے یہ عہد لیا ہے کہ اگر ثم جاءکم، اگر وہ رسول آ جائے، اگر یہاں پر پہلے سے ہی لگا ہوا ہے، اس اگر سے ہی پتہ لگ جاتا ہے کہ ایسا ہوا تو نہیں ہے، لیکن اگر ایسا ہوتا تو وہ نبی پاک صلی اللہ علیہ وسلم پر ایمان لے کر آتے، لیکن ایسا ہوا نہیں ہے، اسی لیے یہ شرط اگر کی لگی ہوئی ہے ادھر، ورنہ یہاں پر یہ اگر والی شرط لگی نہ ہوتی۔ اب میرا سمپل آپ سے، کیونکہ میں نے آپ کے سوال کو ایڈریس کیا ہے، میں بھی آپ سے یہ صرف ایک بات جاننا چاہتا ہوں کہ آپ اپنے موقف کے بارے میں جو انصر رضا صاحب نے دیا ہے، یا آپ کا جو اپنا ذاتی بھی کوئی موقف ہے، اس میں کیا موقف ہے؟ انصر رضا صاحب کے مطابق یہاں پر وہ جو رسول ہے، جو ایک رسول ہے تصدیق کرنے والا، وہ مرزا صاحب ہیں، اور آپ کے مطابق وہ رسول کون ہے؟ نبی پاک صلی اللہ علیہ وسلم ہیں یا مرزا صاحب ہیں؟ میں نے اپنا کھول کے آپ کو موقف بتا دیا۔ نہیں، ابھی تو ہم نے آدھی ایک تو آیت کو آدھا پڑھا ہے، دوسرا آپ تھوڑی سی ابھی میرا خیال جلد بازی نہیں کر رہے۔ نہیں میں تو بالکل جلد بازی نہیں کر رہا، میں تو ہر نہیں، چیز کھول کر آپ کو بیان کر دی۔ ابھی تو میں اس کو سمجھ رہا ہوں، اس کو کمپلیٹ بھی نہیں ہوئی تو آپ مجھ سے سوال کر رہے ہیں، جب میں اس کو سمجھوں گا تو پھر آپ مجھ سے سوال کریں گے، جو بھی میرے بات ذہن میں آئے گی میں کروں گا، ٹھیک ہے؟ ابھی تو آپ نے مجھے بتانا ہے کہ اس آیت سے آپ کا فہم کیا ہے، اور دوسرے نمبر پہ اس سے مرزا صاحب جیسے آپ بتا رہے تھے وہ کیا فہم لیتے ہیں، اور یہ انصر رضا صاحب نے کیا بیان کیا ہے، اور اس میں آپ نے مجھے ڈیفرنٹ بتانا ہے تاکہ میں اس پہ غور کروں۔ میں نے اپنا موقف بٹی صاحب آپ کو بتا دیا، میں نے آپ کو انصر رضا صاحب کا بھی موقف بتا دیا، اور ہاں میں آپ بتایا کو یار، ابھی تو ولید بات شروع ہوئی ہے۔ میں بتا دیتا ہوں نا، بتا رہا ہوں۔ میں نے کہا ہاں جیسے میں نے بتا آپ دو، کو اپنا ہاں موقف، میں یہ ہاں جی، بتا دو، جلدی نہ کرو، مجھ پر بٹ سوال صاحب، بھی لٹاؤ نہ، ابھی میں سمجھ رہا ہوں۔ ٹھیک ہے بٹی صاحب، میں نے آپ کو اپنا موقف کھول کے بیان کیا ہے، اور جو میرا میں سمجھ موقف ہے گیا، وہ میں سمجھ ایک، گیا آپ بٹی کا اپنا صاحب موقف آگے سمجھ گل گیا تو میں کر، آپ کا۔ آگے بات تو کرنے جی دیں۔ جی بٹی بسم صاحب اللہ۔ جو میرا موقف ہے، اتنا زور نہ دیں ان کو، ہاں جی، بٹی مشکل صاحب ہوگا۔ جو موقف میں نے بیان کیا ہے نا، یہ ایگزیکٹ موقف مرزا صاحب کا ہے، پہلی بات تو یہاں پہ روک جائیں، اور اس کے ٹوٹل اپوزٹ موقف انصر رضا صاحب کا ہے۔ میں بتا دیتا ہوں آپ کو، فائنل کر دیتے ہیں بات کو۔ میں یہاں سے لیتا ہوں ثم جاءکم رسول مصدق لما معکم، نبی پاک صلی اللہ علیہ وآلہ وسلم کو مصدق رسول مانتا ہوں۔ مرزا صاحب بھی مصدق رسول نبی پاک صلی اللہ علیہ وآلہ وسلم کو ہی مانتے تھے، لیکن انصر رضا صاحب کہتے ہیں کہ مصدق رسول جو ہیں وہ مرزا صاحب ہیں، نبی پاک صلی اللہ علیہ وسلم نہیں ہے۔ اب آپ نے کوئی بات پوچھنی ہے تو پوچھ لیں، اب یہ تینوں موقف آپ کے سامنے رکھ دیے ہیں جو تین بندوں کے آپ نے پوچھے، اب بتا دیں کوئی بات ہے۔ میں نے تو جو سمجھا ہے میں آپ کو سٹارٹ میں ہی بتا دیا کہ انصر رضا صاحب نے جو آگے مصدق والی بات کی ہے، مرزا صاحب والی نام تو نہیں انہوں نے لیا، آپ لے رہے ہیں، ٹھیک ہے؟ انہوں نے یہ کہا ہے، وہ دوسری آیت سے بات ہوئی ہے، اب جب ہم وہاں جائیں گے تو پھر بات کریں گے۔ اگر انہوں نے ادھر سے ہی وہ بات نکالی ہے تو پھر آپ کو مجھے ان کی وہ آڈیو چلا کے دکھانی پڑے گی، پھر مجھے سمجھ آئے گی۔ اچھا ٹھیک بٹی ہے؟ صاحب، اگر انہوں نے، اب جیسے آپ کہہ رہے تھے کہ آپ نے وہ مناظرہ سارا سنا ہے، مجھے یہی فیل لگا ہے کہ آپ نے شاید وہ سارا سنا ہے، بس یہ کنفرم کرنے آپ نے سارا سنا ہے؟ جی میں نے سارا سنا ہے۔ اچھا، اگر آپ نے سارا سنا ہے، اب سن لیں، جی اگر آپ نے سارا سنا ہے تو آپ کو یاد ہوگا وہاں پر ام صاحبہ نے، میں پھر وہ ریکارڈنگ چلوا کے نا وہ ٹوٹا کاٹ کے آپ کو سناتا ہوں یہاں پہ۔ ام صاحبہ ان سے ایک سوال کر رہی تھیں اینڈ کے اوپر جا کے کہ یہ جو مصدق رسول آپ کہہ رہے ہیں کہ وہ آئے گا، وہ کون ہے تصدیق کرنے والا، اس کا نام کیا ہے اس آیت سے؟ تو انصر رضا صاحب جواب یہ دے رہے تھے کہ تم پہلے مجھے لکھ کے دو، اس آیت سے اجرائے نبوت ثابت ہوتی ہے، تو میں بزدل نہیں ہوں،
میں بہت بہادر ہوں، یہ ان کے الفاظ ہیں اس لیے کوٹ کر رہا ہوں، میں بہت بہادر ہوں، میں بزدل نہیں ہوں، میں ان کا نام بھی تمہارے سامنے لوں گا. تو وہ یہاں سے مرزا صاحب کا ہی نام بیسیکلی لے رہے تھے. وہ الگ بات ہے کہ آپ کہہ رہے ہیں کہ انہوں نے نام نہیں لیا، مجھے بھی پتا انہوں نے نام نہیں لیا، لیکن وہ مرزا صاحب کا ہی نام لے رہے تھے یہاں سے. تو اگر آپ کہتے ہیں تو اتنا میں وہ کاٹتا ہوں اور کاٹ کے آپ کے سامنے پیش کر دیتا ہوں، مجھے تو کوئی پرابلم نہیں ہے. میں ابھی وہ کسی کو نیچے سے بلا لیتا ہوں، وہ کاٹ کے آپ کے سامنے پیش کر دیتا. اگر آپ کی یہی ایک دلیل رہ گئی ہے باقی کہ آپ وہ مجھے کاٹ کے صرف سنائیں گے تو ہی میں کوئی بات کروں گا، تو میں وہ چلا دیتا ہوں بھائی، کوئی مسئلہ نہیں. نہیں، بات تو میں کرنے کو تیار ہوں، لیکن بات یہ ہے کہ مجھے آپ نے بھی سنا ہے، میں نے بھی سنا ہے. میں نے تو سمجھنے کے لیے سنا ہے، مجھے اس طرح کی ضرورت نہیں تھی. ٹھیک ہے، اور میرا نہیں خیال کہ وہ میں ساری بات سمجھ سکا ہوں، کیونکہ ان آیات پہ مجھے پہلے بھی اتنی زیادہ معلومات نہیں تھی یا میں بات نہیں کر سکتا تھا. لیکن کل جو جتنی بات ہوئی ہے، آپ نے یہ بھی سنا کہ جتنی دیر ارباب صاحبہ نے بات کی اور بات ان آیات کو پڑھا ہے، تو انصر رضا صاحب نے کیا کہا کہ جو آپ بات کر رہی ہیں ٹھیک کر رہی ہیں. یہ بات کی کہ نہیں انہوں نے؟ ہاں جی، میں اس کا جواب بھی میں آپ کو دے دیتا ہوں. انصر رضا صاحب بار بار انہیں یہ کہہ رہے تھے کہ یہ ساری آیات کو میں جانتا ہوں، میں آپ کی بات مان رہا ہوں. وہ کیا بات مان رہے تھے وہ میں آپ کو بتا دیتا ہوں. وہ مان رہے تھے کہ کتاب جو قرآن پاک ہے وہ تصدیق کر رہی ہے. وہ کہہ رہے تھے میں تو مانتا ہوں اس بات کو، اس سے تو میں ڈینائی نہیں کر رہا. وہ کہہ رہے تھے کہ اس قرآن کی اور اس رسول کی جو نبی پاک صلی اللہ علیہ وسلم ہے، اس کی بھی تو تصدیق کسی نے کرنی ہے نا. سورہ آل عمران کی آیت نمبر 81 سے وہ کون ہے، وہ کیسے ہے، وہ کیسے تصدیق ہوگی. وہ یہ کہہ رہے تھے بٹی صاحب. تو اب وہ میرے خیال میں عامر بھائی خاص آئے ہیں آپ کی وجہ سے ہی شاید، تو اگر وہ ضرورت پڑتی ہے تو وہ ریکارڈنگ آپ کو چلا کے پھر سناتے بھی ہیں، اگر آپ نے وہ نہیں سنی تو. نہیں وہ اگر جی میں آپ کی بات سمجھ گیا. جی کریں جی. ہاں بس بات نہیں، میں نے کہا اگر ضرورت پڑے گی تو میں وہ پیش کر دوں گا. ریکارڈنگ تو ہے نا میرے پاس بھی آپ کا، آپ نے پر خود سنی ہے، تو آپ کو کوئی اس کے بارے میں بہام ہے کہ وہ مرزا صاحب کو ہی مصدق رسول بنا رہے تھے، اجرائے نبوت اسی سے وہ ثابت کر رہے تھے، اور مرزا صاحب کو وہ تصدیق کرنے والا مصدق رسول کہہ رہے تھے. کیا اس میں کوئی بہام ہے آپ کو؟ عامر جی صاحب، اصل میں نا میں سن رہا تھا آپ کی گفتگو، جو پہلے ایک دو دوستوں سے، پہلے ناصر صاحب تھے شاید، جن کے بارے میں انہوں نے کہا کہ میں اس پہ غور کرتا ہوں، دیکھوں گا. تو اور اس کے بعد جب طارق صاحب آئے ہیں تو ان کے آگے آپ نے بات رکھی، تو انہوں نے کہا جب میں نے سنی نہیں ہے بات، اس لیے میں نہیں کہہ سکتا کہ انصر رضا صاحب نے کیا کہا ہے یا آپ کیا کہہ رہے ہیں. ٹھیک ہے، میں درخواست یہ کرتا ہوں، اور آپ نے کہا کہ مرزا صاحب کا موقف جو ہے وہ انصر رضا صاحب سے مختلف ہے، اس پہ غور کریں. تو اس وقت میں آپ کے پاس حاضر ہوا ہوں اسی مقصد کے لیے، اسی طرح ہی مجھے بھی ٹریٹ کیا جائے جس طرح دوسرے دوستوں سے آپ بات کر رہے تھے اور علیحدہ علیحدہ اس کو بتا رہے تھے. اگر کہیں گے تو میں بالکل اوپن بھی نہیں کروں گا. صرف آپ نے اس ڈیفرنس کو اور مرزا صاحب کے ان عبارات کو جیسے آپ پڑھ کے سنا رہے تھے، اور ان آیات کو اور جو انہوں نے کوٹ کیا ہے ان کا ڈیفرنس کیا ہے، میں وہ سمجھنا چاہتا ہوں. اب میری بات سمجھ گئے ہوں گے آپ، ماشاء اللہ سمجھدار دوست ہیں. تو میں اس کو میوٹ کرتا ہوں. آپ میں دیکھتا جاتا ہوں، جہاں عبارت کہیں گے وہ بھی میں نکال لوں گا، جو آیت کہیں گے وہ بھی میں نکال لوں گا. ٹھیک ہے جی، ٹھیک ہو گیا. یہ تو اگر پہلے یہ کلیئر ہو جائے نا کہ وہ آپ جان گئے ہیں کہ بٹ ان کا کیا نام ہے انصر رضا صاحب کا موقف تو آپ کے ذہن میں کلیئر ہو جائے، تو میں مرزا صاحب کی یہ آپ کے سامنے رکھتا ہوں، سورہ آل عمران کی اس نہیں وہ بھی آپ نے ہی کلیئر کرنا، کیونکہ میں اس طرح نہیں سمجھ سکا بات. یہ میرے اتنی کیپیسٹی نہیں ہے کہ اتنی جلدی میں ان چیزوں کو سمجھ سکوں. آپ وہ بھی تھوڑی سی واضح کر دیں، میں وہ بھی اگر کہیں تو میں نہیں سمجھ سکا ان کی بات. یہ تو انصر رضا صاحب نے یہ سورہ احزاب کی بھی ایک ایک آیت پیش کی تھی، اور اس کو اس نے ملا کے اس نے کہا نا وہ وہی عہد ہے. ہاں جی ہاں جی، یہ میں نا بڑی سکرین کر کے آپ کو دکھاتا ہوں اپنا بھٹی صاحب. یہ میرے پاس موبائل پہ نا تفسیر آپ کے مرزا صاحب کی کھلی ہوئی ہے، تفسیر حضرت مسیح موعود، صفحہ ہے اس کا 172. آپ ریکارڈنگ آن کرنا چاہیں تو ریکارڈنگ کر لیں. اس میں یہی آیت ہے
وَإِذَا أَخَذَ اللَّهُ مِيثَاقَ النَّبِيِّينَ لَمَا آتَيْتُكُم مِّن كِتَابٍ وَحِكْمَةٍ ثُمَّ جَاءَكُمْ رَسُولٌ مُصَدِّقٌ لِّمَا مَعَكُمْ لَتُؤْمِنُنَّ بِهِ وَلَتَنصُرُنَّ۔ اس میں وہ مرزا صاحب نے نیچے یہ لکھا ہوا ہے کہ یاد کرو جب خدا نے تمام رسولوں سے عہد لیا کہ جب میں تمہیں کتاب اور حکمت دوں گا اور پھر تمہارے پاس آخری زمانے میں میرا رسول آئے گا، تمہارے پاس آخری زمانے میں میرا رسول آئے گا جو تمہاری کتابوں کی تصدیق کرے گا، تمہیں اس پر ایمان لانا ہوگا اور اس کی مدد کرنی ہوگی۔ اور اللہ تعالیٰ نے کہا کہ کیا تم نے اقرار کر لیا اور اس میثاق میں اور اس عہد پر استوار ہو گئے، پختہ ہو گئے ہو؟ انہوں نے کہا کہ ہم نے اقرار کر لیا۔ تب خدا نے فرمایا کہ اب اپنے اقرار کے گواہ رہو، یعنی یہ جو تم نے یہاں آج میرے سامنے اقرار کر لیا ہے نا، اس کے گواہ رہو اور میں بھی تمہارے ساتھ اس بات کا گواہ ہوں۔ اب ظاہر ہے کہ انبیاء تو اپنے اپنے وقت پر فوت ہو گئے تھے، یہ حکم ہر نبی کی امت کے لیے ہے کہ جب وہ رسول ظاہر ہو تو اس پر ایمان لاؤ ورنہ مواخذہ ہوگا۔ اب بتلاویں میاں عبدالحکیم خان، یہ ڈاکٹر عبدالحکیم پٹیالوی کو کہہ رہے ہیں، میاں عبدالحکیم خان نیم ملا خطرہ ایمان، اگر صرف توحید خشک سے نجات ہو سکتی تو پھر خدا تعالیٰ ایسے لوگوں سے کیوں مواخذہ کرے گا جو حضرت صلی اللہ علیہ وسلم پر ایمان نہیں لاتے مگر توحید باری کے قائل ہیں۔ یعنی یہ مرزا صاحب کہنا چاہ رہے ہیں کہ کیونکہ انبیاء تو پہلے فوت ہو گئے، اب جو انبیاء کی امتیں ہیں نا، ہندو بھی تو کسی نبی کی امت ہوگی ہندوستان میں، سکھ تو چلے نہیں ہیں، جو کرسچن ہیں وہ بھی ایک نبی کی امت ہیں۔ ان امتوں سے اللہ تعالیٰ کل پوچھے گا کہ بھائی تم میرے نبی پر ایمان لائے کہ نہیں لائے۔ یہ جو ہے نا لَتُؤْمِنُنَّ بِهِ وَلَتَنصُرُنَّ، وہ کہتے ہیں، مرزا صاحب کہتے ہیں کہ کیونکہ یہ تھا تو حکم نبیوں کو، وعدہ تو نبیوں سے تھا، جب نبی فوت ہو گئے تو ان قوموں کے اوپر عائد ہو گئی ہے بات۔ یہ وعدہ جو میثاق النبیین تھا اب یہ میثاق الائمہ بن گیا ہے، ان کی امت پر چلا گیا ہے، شفٹ ہو گیا ہے کہ تم نے نبی علیہ الصلوۃ والسلام پر ایمان لانا ہے۔ وہی میثاق جو نبیوں کے ساتھ تھا اب وہ امتوں کی طرف لوٹ گیا کہ جب نبی علیہ الصلوۃ والسلام جو مصدق ہیں تورات کے، انجیل کے، زبور کے، اسی طرح سے دیگر جو صحائف، صحف ابراہیم و موسیٰ، ابراہیم علیہ السلام اور موسیٰ علیہ السلام کی آنے والی قوموں کے اندر جو صحائف نازل ہوئے ہیں، صحیفے نازل ہوئے، ان سب کے مصدق کون ہیں؟ محمد عربی صلی اللہ علیہ وسلم، جو آمنہ کے لال ہیں، سیدنا عبداللہ کے بیٹے ہیں۔ یہ صرف ان کی بات ہے، وہ مصدق رسول ہیں کہ جب یہ آئیں تو تم نے ان پر ایمان لانا ہے، ان کی مدد بھی کرنی ہے، ان پر ایمان بھی لانا ہے۔ ڈاکٹر عبدالحکیم پٹیالوی کہتا تھا کہ نبی علیہ السلام پر ایمان نہ بھی لایا جائے، اگر توحید بندہ توحید پر قائم ہو تو وہ کافی ہے، نبی علیہ السلام پر ایمان ضروری نہیں ہے۔ یعنی دیگر قوموں کو وہ کہتا تھا کہ ہندو ہیں، کرسچن ہیں، اگر ان کی توحید درست ہے تو وہ بھی نجات پائیں گے، بھلے وہ نبی علیہ السلام کو نہیں مانتے۔ مرزا صاحب نے یہ آیت پیش کر کے کہا کہ نبی علیہ السلام کو ماننا اس آیت کی روح سے ضروری ہے، ان پر ایمان لانا، ان کی نصرت کرنا یہ ضروری ہے۔ یہ ہے اس پوری مرزا صاحب کی تفسیر کا مفہوم۔ جبکہ انصر رضا صاحب نے جو کل بات کی ہے وہ کہتے ہیں کہ اصل بات یہ ہے کہ مصدق رسول مرزا صاحب ہیں، جو جس کا اس آیت میں ذکر ہے نا کہ جب وہ رسول آئے جو مصدق ہے، جو تصدیق کرتا ہے اس کی جو تم کو دیا گیا ہے کتاب و حکمت میں سے، نبیوں کو دیا گیا ہے کتاب و حکمت میں سے، جب وہ رسول آئے جو ان کی تصدیق کرے تو تم نے اس پر ایمان لانا ہے اور اس کی مدد کرنی ہے۔ اور وہ رسول کون ہے؟ وہ مرزا صاحب ہیں بقول انصر رضا صاحب کے، کیونکہ نبی علیہ السلام سے بھی عہد لیا گیا ہے سورہ احزاب کی آیت کے مطابق، تو اس سے پتہ چلتا ہے
کہ یہ پھر مرزا صاحب ہیں جو نبی پاک کے بعد آئے ہیں اور وہ تصدیق کریں، کیونکہ نبی پاک کو جو دیا گیا کتاب و حکمت، وہ کل رات کو یہی کہہ رہے تھے کہ جو کتاب و حکمت نبی علیہ السلام کو دی گئی اس کا مصدق کون ہے؟ پچھلے نبیوں کے تو مصدق ہو گئے نبی پاک، تو نبی پاک کو جو کتاب و حکمت ملی ہے اس کے مصدق رسول کون ہے؟ لا محالہ ماننا پڑے گا کہ وہ مرزا صاحب ہیں، کیونکہ نبی پاک کے بعد وہ آئے ہیں اور ان کو ہم نے پرکھا ہے، چیک کیا ہے، وہ سچے ثابت ہوتے ہیں، تو یہ ہیں وہ مصدق رسول۔ یہ تھا ان کا پورا موقف انصر رضا صاحب کا، جو مرزا صاحب کے موقف سے بالکل 180 ڈگری پر ہے، کہ مرزا صاحب تو کہتے ہیں کہ مصدق رسول محمد عربی ہیں صلی اللہ علیہ وسلم، انصر رضا صاحب کہتے ہیں کہ وہ تصدیق کرنے والے رسول مرزا صاحب ہیں جن کے بارے میں یہ عہد لیا گیا۔ تو یہ ہم سوال لگا کے بیٹھے ہوئے ہیں کہ اب ہم نے مرزا صاحب کو درست ماننا ہے یا انصر رضا صاحب کو درست ماننا ہے؟ انصر رضا صاحب کہتے ہیں مصدق رسول مرزا صاحب ہیں، مرزا صاحب کہتے ہیں مصدق رسول محمد عربی صلی اللہ علیہ وسلم ہے۔ جی آپ کوئی سوال کرنا ہو تو آپ کر سکتے ہیں بیٹے صاحب۔ جی بہت شکریہ جی۔ اچھا عامر رضی صاحب، بڑی واضح آپ نے بات سنائی، تو آپ نے مرزا صاحب کی تحریر پڑھ کے ہی ہے، وہ یقیناً وہ بات تو ہمیں بڑی جلدی سمجھ آ جاتی ہے جب مرزا صاحب کی بات پڑھی جاتی ہے، کہیں نہ کہیں پہلے سنی ہوتی ہے بات، اور ہمارا جو بھی عقیدہ ہے وہ بھی سنا ہوتا ہے، خواہ ذہن میں نہ بھی رہے۔ لیکن ابھی آپ نے تھوڑی سی یہ بات نہیں واضح کی کہ یہ جو مرزا صاحب نے اس یہاں پہ وہ دوسرے حکیم صاحب کو سمجھانے کی کوشش کی ہے، تو کیا آپ بھی اس بات پہ کوئی موقف ایک بھی تو ہو سکتا ہے نا؟ تو آپ کا بھی کیا اس پہ یہی موقف ہے؟ یہ ٹھیک کہا ہے مرزا صاحب نے یہ بات جو کہی ہے؟ یہ بھی ذرا بتا دیں۔ دوسرے نمبر پہ یہاں پہ جو میں ابھی جتنی گفتگو ہوئی ہے اس سے جو میں سمجھا ہوں کہ اس عہد سے یہ جو مساق لیا گیا ہے وہ تمام نبیوں کا ہے۔ کیا اس میں اس عہد میں نبی اکرم صلی اللہ علیہ وسلم ہی ہیں، یا جیسا کہ ولی صاحب مجھے پہلے بتا رہے تھے کہ یہ دوسرے نبیوں سے لیا گیا، صرف نبی اکرم صلی اللہ علیہ وسلم کی جو آگے پیش گوئی آتی ہے کہ مصدق آئے گا ان کی شان بڑھانے کے لیے ہے، یہ نبی اکرم صلی اللہ علیہ وسلم اس میں شامل نہیں ہے؟ یہ بھی تھوڑی وضاحت کر دیں۔ اور تیسرا یہ بات کہ اس کے بعد جو بات جو اینڈ پہ آپ نے کی بھی ہے کہ انصر صاحب نے یہ بات کی ہے کہ جس طرح اس سے پہلے انبیاء کے مصدق ہیں نبی اکرم صلی اللہ علیہ وسلم، پہلے انبیاء کو جو کتب اور حکمت ملی ہے اس کی تصدیق کی ہے، اور آپ نے اب کیونکہ مجھ پہ یہ واضح نہیں ہے، میں اب یہ کہوں کہ آپ نے کہا ہے یا مرزا صاحب نے کہا ہے، پہلے بہتر تو یہ ہے کہ تھوڑا سا آپ اپنی رائے دے دیں تاکہ میں مخاطب کرتے ہوئے آپ کو کہہ دوں کہ جی عامر رضی صاحب آپ کا کیونکہ یہ خیال ہے، یہ تھوڑی سی نا یہ اگر کلیئر کر دیں تو باقی بات میرا خیال ہے میں بعد میں کروں گا۔ جی یہ تیسرا سوال آپ کا مجھے سمجھ نہیں آیا، لیکن پہلے دو سوالوں کے جواب میں کوئکلی دے دیتا ہوں۔ پہلا تو جو آپ نے پوچھا، ہمارا اور مرزا صاحب کا موقف ایک ہی ہے، اس میں ہم بھی مانتے ہیں کہ جس مصدق رسول کی اس آیت میں بات ہو رہی ہے وہ نبی علیہ الصلوۃ والسلام ہی ہے، مرزا صاحب کو یا کسی اور کو قرار دینا وہ درست نہیں ہے، اور انصر رضا صاحب مرزا صاحب کے بھی خلاف، اور ہمارا بھی یہی موقف ہے جو مرزا صاحب کا۔ دوسرا جو آپ نے کہا ہے کہ تصدیق کرنے کے بارے میں، دیکھیں وہ ولید بھائی کی بات درست ہے کہ اصل میں نبی علیہ الصلوۃ والسلام کا تو لوح محفوظ میں اس وقت کا لکھا گیا خاتم النبیین، جب ابھی آدم سیدنا آدم علیہ السلام ابھی گوندنے والی مٹی کے مراحل میں تھے، آتی ہے نا مسند احمد میں روایت۔ تو نبی علیہ الصلوۃ والسلام کے بارے میں اللہ تعالیٰ تو عالم الغیب ہے، اس کو پہلے ہی سے پتا تھا کہ نبی علیہ الصلوۃ والسلام نے سب سے آخر پہ جانا ہے، ان کو میں نے آخر پہ بھیجنا ہے، سارے نبیوں کے بعد انہوں نے جانا ہے، انہوں نے کسی نبی کے دور میں نہیں جانا۔ ایسا ہے نہیں کہ اللہ تعالیٰ نے شک کی بنا پر یہ انبیاء سے عہد لیا ہے کہ پتہ نہیں بعد میں مجھے ضرورت پڑ جائے کہ حضرت محمد صلی اللہ علیہ وسلم کو میں پہلے بھیج دوں تو چلو ان سے عہد لے لوں کہ بعد میں ان کے آنے پر وہ انکار نہ ان کا کر دیں اور اپنی نبوت اور اپنی کتاب و حکمت کے یعنی کہ فخر میں گھمانڈ میں نہ آ جائے۔ یہ ایسا ہے نہیں،
अल्लाह ताला आलमुल गैब है, उसको तो पता है। ये वाक़तन सिर्फ और सिर्फ नबी अलैहिस्सलातु वस्सलाम की इमामत सारे नबियों के लिए और उनकी शौकत सारे नबियों पर जाहिर करने के लिए है कि हमने सारे नबियों से ये अहद लिया हुआ है कि जब ये रसूल आए, अगर ये तुम्हारे दौर में भी आ जाएं तो तुमने क्या करना है, इन पर ईमान लाना है और इनकी मदद करनी है। फिर अपनी नबूवत, अपनी किताब, अपनी हिकमत उसको पीछे कर देना है, जो ये कहें इनकी इत्तबा करनी है। ये सिर्फ नबी अलैहिस्सलातु वस्सलाम की फजीलत और बुजुर्गी को बयान करने के लिए। ऐसा नहीं है कि शक की बिना पर कोई अहद लिया गया, बल्कि अल्लाह ताला को पहले से पता था कि नबी पाक ने बाद में जाना है, किसी के दौर में नहीं जाना, लेकिन सिर्फ उनकी अजमत को बयान किया गया है कि हमने सारे नबियों से इनके बारे में अहद लिया हुआ है। बस इतनी बात है। तीसरा सवाल, साथ थोड़ी सी अगली बात भी वजाहत कर दीजिएगा कि जो आपने मिर्ज़ा साहब की वो तहरीर पढ़ी कि हकीम साहब ये नबियों से मुराद नबी नहीं हैं बल्कि नबियों की कौमें होती हैं, हाँ, इस पे आप क्या कहेंगे? असल में जो मिर्जा साहब ने ये बात कही है ना कि नबियों से मुराद नबियों की कौमें हैं, इससे हम मुत्तफिक नहीं हैं, क्योंकि ये अहद है मिसाकुन नबीयीन है, सिर्फ नबियों का मिसाक। ये सिर्फ नबियों से मिसाक लिया गया है, और वो भी सिर्फ उनकी नबी अलैहिस्सलाम की अजमत साबित करने के लिए अल्लाह ताला ने इसको मेंशन किया है। नबियों से हटा के इसको उम्मतों पर चस्पा करना, इससे हम मुत्तफिक नहीं है भाई। ये मिर्जा साहब का ज़ाती एक उनका फ़हम है, उससे आप इत्तफाक करें या ना करें, हम तो इससे इत्तफाक नहीं करते, क्योंकि ये इसमें खालिस्तन जब अल्लाह ताला ने कहते हैं वइज़ा अख़ज़ल्लाहु मीसाकन नबिय्यीन, और हम इसको नबिय्यीन से फेर कर उम्मतों पर ला नहीं सकते। नहीं, ये तो देखिए कॉमन सेंस है कि नबी को जो हुक्म दिया जाता है वो उसकी उम्मत पे तो वैलिड होता है। तो हर हुक्म जो होता है, जैसे कुरान शरीफ में बहुत सारे अहकामात हजरत मोहम्मद सल्लल्लाहु अलैहि वसल्लम के मुतल्लिक़ दिए गए हैं, तो उससे मुराद ये है कि उम्मत ने भी वही काम करना है। तो ये इसमें ऐसी क्या बात है? तो देखें, अगर मिसाकुन नबी लिया गया है अंबिया से, तो इसका यही मुराद है कि जो नबी आते रहे हैं उनके बाद उनकी उम्मतों ने वो वादे पूरे करने हैं। तो जब हजरत मोहम्मद सल्लल्लाहु अलैहि वसल्लम आए, उस वक्त तो कोई नबी मौजूद नहीं था, उम्मत ही मौजूद थी ना पहले नबियों की। तो वही उनको फर्ज था कि वो इस पर अमल करते, उनकी उम्मतें, और हजरत मोहम्मद सल्लल्लाहु अलैहि वसल्लम की तस्दीक करते वो, क्योंकि ये वादा उनसे उनके अंबिया से ले लिया गया था। तो ये तो बात इसमें मौजूद। जो मिर्जा साहब की ये तफसीर है ना, ये उनकी ज़ाती है, हम उनके साथ मुत्तफिक नहीं हो सकते। हमारी तरफ से माजरत कबूल कर लें। नहीं, मैं मिर्जा साहब की बात नहीं कर रहा, मैं कॉमन सेंस की और कुरान के असलूब की बात कर रहा हूँ कि जब कुरान कह रहा है नबियों से लिया, तो जो नबियों से अहद लिया जाता है वो उनकी उम्मत के लिए भी होता है। अगर ये कहा जाए कि जी नबी अल्लाह ने नबी के साथ सिर्फ बात की थी, उम्मत कहे जी हम क्या करें, ये तो हमारे नबी से बात हुई थी, बात हमसे तो नहीं हुई। लेकिन असल बात ये कि जो भी नबी ने अहद दिया है अल्लाह ताला को, वो उसने अपनी उम्मत जो है वो उसके लिए वैलिड है। अच्छा, ताला के नाफरमान होंगे। जहाँ तक कौमों की बात है ना, मसलन हिंदू हैं, क्रिश्चियन हैं, दीगर अक़वाम हैं, उनको नबियों का तो पता नहीं पैगाम मिला नहीं मिला। पैगाम भी आपको पता ही है कि मुहर्रफ और मुबद्दल हो गए। अब जोसेफ मसीह को जो मसीह अलैहिस्सलाम का असल पैगाम है वो तो नहीं ना मिला हमारे कीदे के मुताबिक, उसके कीदे के मुताबिक तो मिला होगा। हमारे कीदे के मुताबिक जोसेफ मसीह अलैहिस्सलाम का पैगाम नहीं मिला। अगर वो याद करे तो वही काफ़ी है जो अल्लाह ताला ने उससे डायरेक्ट जोसेफ मसीह से मिसाक लिया हुआ है। वाइज़ा अख़ज़ रब्बुका मिन बनी आदम मिन ज़ुहूरिहिम ज़ुर्रिय्यतहुम व अशहदहुम अला अनफुसिहिम अलस्तु बिरब्बिकुम क़ालू बला। ये वहाँ क्या है जोसेफ मसीह और दूसरे भी, सुफियान भाई भी, और सारे जितने क्रिश्चियन हैं, सारे हिंदू, बलविंदर सिंह मेरा यार भी क्या है, क़ालू बला शाहिदना अन तक़ूलू यौमल क़ियामत इन्ना कुन्ना अन हाज़ा गाफ़िलीन। अल्लाह ताला ने इन सारी बनी आदम से अहद लिया हुआ है, सीधा डायरेक्ट। नबियों का अहद उनके ऊपर भेजने की, शिफ्ट करने की क्या जरूरत है? अलस्तो बिरब्बिकुम में नबियों का अहद भी शामिल है कि जब आप कहते हैं यकीनन हमारा रब अल्लाह है, तो अल्लाह ने जो है ना वो फिर आपने मानना भी है। हाँ, वही तो मैं कहता हूँ। कह रहा कि
नबियों पे भी ईमान लाना है। अमर भट्टी साहब से तो बात उस- खत्म कर लें तो फिर तारिक साहब से करते हाँ, रहेंगे। तो उसमें आ गई नबी अलैहिस्सलाम की नबूवत भी आ गई। मेरा कहने का मतलब यह है कि जो मिर्जा साहब ने उसको दलील दी है ना डॉक्टर अब्दुल हकीम पटियालवी को, उस दलील से हम मुत्तफिक नहीं हैं, अलबत्ता मौक़िफ़ से हम मुत्तफिक हैं कि नबी अलैहिस्सलाम की नबूवत सारी कौमों के लिए है, हिंदुओं के लिए भी, सिखों के लिए भी, ईसाइयों के लिए भी, यहूदियों के लिए भी। नबी अलैहिस्सलाम पर ईमान लाना सब पर फर्ज है। नहीं लाएंगे पूछा जाएगा, जिसको पहुंच जाएगी दावत वो इनकार करेगा, उससे पूछा, वो काबिल मुआखजा है, वो ठीक है, मौक़िफ़ दुरुस्त है, लेकिन ये जो दलील वो देते हैं इस दलील से हम मुतफिक नहीं कि वो मिसाकुन नबी क्योंकि सूरह अहज़ाब की जो आयत है ना उसमें फिर अल्लाह ताला ने पहले तो ये बयान कर दिया आले इमरान ने कि सब नबियों से लिया, फिर अल्लाह ताला हज़रत मोहम्मद सल्लल्लाहु अलैहि वसल्लम को मुखातिब करके फरमा रहा है कि हमने तुझसे भी वो अहद लिया। सूरह अहज़ाब की जो आयत 7 है, अगर आप पढ़ें तो उसमें यही मिन का लफ्ज़ है कि तुझसे हाँ, भी। वो मुझे पता है, वो मुझे पता है, जी वो अहद उसके बारे में, वही तो मैं कह रहा हूँ ना कि उस अहद को नहीं जा सकता, मुफस्सिरीन के अक़वाल ना साथ जोड़े जाएं, वो उसको इसके साथ जोड़ा ही नहीं जा सकता, क्योंकि उसमें तो नूह अलैहिस्सलाम का भी जिक्र है, इब्राहीम अलैहिस्सलाम का भी जिक्र है, मूसा अलैहिस्सलाम का भी जिक्र है, ईसा अलैहिस्सलाम का भी जिक्र है। तो वो जो सूरह अहज़ाब की आयत है ना उस पे मिर्ज़ा साहब ने कोई कमेंट नहीं किया। हाँ, ये भी बात है कि ना यहाँ उस पे पर उन्होंने कहा कि ये मैं मुसद्दिक हूँ, ना उन्होंने उस आयत की तशरीह में ये कहा कलम से अहद ली मेरे मुतल्लक, बिल्कुल नहीं जबकि कहा, जमात अहमदिया वाले ये पेश करते हैं। बिल्कुल नहीं कहा मिर्जा साहब ने। यही तो हम कह रहे हैं कि मिर्जा साहब ने इसको अपने ऊपर चस्पा नहीं किया। जमात अहमदिया का तो कसूर पता नहीं इतना नहीं होगा। अब जमात अहमदिया में तो पट्टी साहब भी आते हैं, तारक साहब भी आते हैं, नासिर साहब भी आते हैं। ये जो इनके हैं ना बेनिफिशरीज, ये इनको कोई बंदा अगर कड़े पूछे सवाल करे तो शायद कि उतर जाए तेरे दिल में मेरी बात। इसकी उन्होंने हिफाजत पहले कर ली थी अंसर रजा साहब ने कि आपने मिर्ज़ा साहब की तालीम नहीं पेश करनी, तो फिर क्या पकड़ेंगे आप उनको? अगर ये ना भी ऐद लेते तो जिस बंदे से वो गुफ्तगू कर रहे थे उसको मिर्जा साहब की कोई इबारत का पता ही कोई नहीं है, तहरीर पता ही नहीं उसको, तो उसने क्या करना था? जी बिल्कुल। वो तो कोई मेरे जैसा और आप जैसा बंदा होता तो वो खोलता ना फटोफट तस्वीर मसीह में। जी भट्टी साहब। जी बहुत शुक्रिया जी। अच्छा, तीसरी बात की आपने कहा कि मुझे समझ नहीं आई, अब तो मेरे ख्याल है वैसे तो उससे आपने इत्फाक नहीं किया, और ये अभी तारक साहब ने उसको मज़ीद वाज़े भी किया, लेकिन आपने कहा है कि नहीं, कि मिर्ज़ा साहब का ये मौक़िफ़ था कि ये नबियों से मसाक लेने से मुराद जो है वो यही है कि उनकी जो कौमें हैं, जो उनके उम्मतें हैं, तो वो ही बनता है। तो मिर्ज़ा साहब का ये है, आपने उससे ठीक है कहा कि मैं इत्फाक नहीं करता। अब बात ये है कि वहाँ पे सवाल क्या था जो कल मनाजरा हुआ है, जैसा कि यहाँ पे मुसद्दिक नबी अकरम सल्लल्लाहु अलैहि वसल्लम हैं, क्योंकि नबियों से अहद लिया गया ना, हाँ जी। तो और कहा कि आगे मुसद्दिक आएगा, ठीक है। अब दूसरी बात जो की है सूरत अहज़ाब की है, आयत नंबर 8, जैसा कि बता रहे हैं कि उसमें यह है कि नबी अकरम सल्लल्लाहु अलैहि वसल्लम ने फरमाया कि मुझसे भी अहद लिया गया, जैसे पहले नबियों से अहद लिया गया। अब क्योंकि फ़हम का ही बहुत फ़र्क है, आप कहते हैं कि उसका इसके साथ ताल्लुक़ ही कोई नहीं है। अब या तो अपना अंसर रज़ा साहब इससे हट के कोई बात करते। अंसर रज़ा साहब ने ये बात की है कि जिस तरह यहाँ पे उनसे पूछा गया, मद्दे मुखालफ जो थे उनसे पूछा कि क्या ये जो नबियों से अहद लिया गया है तो नबी करीम सल्लल्लाहु अलैहि वसल्लम किस चीज़ के मुसद्दिक हैं, तो उन्होंने बताया कि इस चीज़ के मुसद्दिक हैं। नबी अकरम सल्लल्लाहु अलैहि वसल्लम में आपसे पहले जितनी भी कुतुब दी गई, जितनी भी हिकमत दी गई, आप उसके मुसद्दिक हैं, आपने उनकी तस्दीक की है। अब मद्दे मुखालफ वाला वो ये कह रहा है। आगे उनके आगे फिर जब दोबारा जो है वो ये सवाल रखा गया कि अब ये बताएं कि नबी पाक सल्लल्लाहु अलैहि वसल्लम फरमा रहे हैं कि मुझसे भी अहद लिया गया, ठीक है। तो आप पर जब किताब उतारी, अल्लाह ताला ने कुरान,
तो क्या इसका भी मुसद्दक आना है कि नहीं? ठीक है, बात सिर्फ इतनी थी कि इसका मुसद्दक आना है कि नहीं। अब ये तो मद्दे मुकाबल का काम है ना कि वो बताए कि वो ये इसका मुसद्दक आना है या नहीं, या इसकी क्या बात है। वहाँ पे वो बदकिस्मती से आप जैसे बार बार कह रहे हैं कि मैं होता तो मैं जवाब देता, वो तो आप होते तो फिर थी ना, लेकिन जो था उसके पास वो जवाब नहीं मिला उसे। इसमें कोई ऐसी बात मिर्ज़ा साहब की तालीम या मिर्ज़ा साहब ने जो बताया है इस पे, इससे हट के उन्होंने नहीं की। मिर्ज़ा साहब ने भी यही कहा है। अब आप उससे इत्फाक नहीं करते कि उनसे मसाक से मुराद यानी कि नबियों से मुराद उनकी उम्मतें हैं, अब वो इत्फाक ही नहीं आप करते। या उधर वहाँ जो मद्दे मुकाबल था वो ये कहता कि हम तो ये मानते ही नहीं जैसा कि आप कह रहे हैं। ठीक है ना जी। असल में बात थोड़ी सी जल्दबाजी में मुझे लगता है हो रही है। वो जो इसलिए बेहतर यही था कि जैसा कि आप इस पे तबसरा कर रहे हैं, बेहतर यही था कि वो ऑडियो के क्लिप पहले बना लें, वो चलाएं, लोगों को भी सुनाएं, हम जैसे भी सुने, ठीक है, ताकि ये कोई इबहाम ना रहे। थोड़ी सी अमरदीन साहब, माजरत साहब, थोड़ी जल्दबाजी हो रही नहीं, है और बिल्कुल ये कोई सब भी बड़े जल्दबाजी मोहतरम नहीं, कोई तो ऐसा बेफिक्र हो जाए, जी कोई बंदा आपको नहीं फोर्स कर रहा रही है, बिल्कुल रिलैक्स मोड में हो रही है। मैंने मोहम्मद अहमद साहब को इनवाइट किया, अगर वो ऊपर आकर के मैं दोबारा पढ़ देता हूँ तफसीर मिर्जा साहब की। ज़रूर उनका अब नंबर लगाएं। जज़ाकल्लाह, मैंने सुन लिया है, मज़ीद मैं दोबारा फिर हाज़िर हो जाऊंगा। हाँ, नहीं ठीक है, वो जगह है, अगर आप रुकना चाहें। वो बात असल में जो हम कर चले रहे हैं, मैं सुन रहा हूँ, लेकिन मैं दोबारा अब ना इस पे वजाहत जो होगी जो आप पेश करना चाह रहे हैं, मेरी दरख्वास्त ही है, आगे आपकी मर्ज़ी है, आपकी बराड़ लेकिन है, आप एक बात में ना गलती दरख्वास्त है कर रहे हैं। मैंने कि आपकी आप बात उसके ना वली साहब को भी है कि उसके ना क्लिप बना लें, ताकि मेरे पास भी मैंने कुछ रिकॉर्डिंग की है। ये मैंने पहले कभी नहीं किया था, ये सिर्फ इस प्रोग्राम के लिए मैंने ना वो डाउनलोड किया था, और कल लेकिन मुझसे हो नहीं सकी, वो अच्छा, आधी हुई, मुझे पता नहीं चला। तो अगर वली साहब के साथ पूरी है तो कोशिश करें कि इसके स्टेप वो निकाल लें, वीडियो ताकि है इतना, कोई इतनी ये है, ना पूरी का तो करे नहीं दिए। पता, लेकिन इतनी है, मैंने देख मौजूद है। आमिर भाई, मैं ये आमिर कह रहा भाई हूँ कि सारी आपने सारी ना, मौजूद है मेरे पास, दोनों लिंक है, मैं आपको देता हूँ, टोटल आ पड़ी। आपने अपनी बात में ना भट्ट साहब एक थोड़ी सी मिस्टेक की है। वो जो आप कह रहे हैं कि हम मुत्फिक नहीं, हम जिस बात से मुत्फिक नहीं हैं वो उनका सिद्धा है जिससे हम मुत्फिक नहीं हैं। लेकिन इस आयत में मुसद्दक रसूल नबी अलैहिस्सलाम हैं, इस पर तो हमारा और उनका इत्तेफाक है, मिर्जा साहब का और हमारा। जबकि अंसर रजा साहब का बुनियादी इस पर ही इख्तलाफ है। वो कहते हैं कि मुसद्दक रसूल मिर्जा साहब हैं, हम कहते हैं और मिर्जा साहब भी कहते हैं कि मुसद्दक रसूल नबी अलैहिस्सलाम है। बात समझे हैं? नहीं समझा, क्योंकि आप बात ठीक कर नहीं रहे, मैं कैसे समझूं। अच्छा, क्या गलती है वहाँ मेरी? पे अंसर साहब ये कह रहे हैं कि यहाँ पे नबी अकरम सल्लल्लाहु अलैहि वसल्लम मुसद्दक रसूल हैं, किसके? जो पहली आई हैं, कुतब आई हैं, हिकमत आई है, जो भी आया है वो यहाँ पे नबी अकरम सल्लल्लाहु अलैहि वसल्लम मुसद्दक हैं। लेकिन जब नबी अकरम सल्लल्लाहु अलैहि वसल्लम ने फरमाया कि मुझसे भी अहद लिया गया, हम्म, तो क्योंकि ये बाद में कुरान नाजल हुआ है, तो जो जो कुताब अल्लाह की कुरान नाजल हुआ है, इसका मुसद्दक कौन है? अच्छा अच्छा, जबकि ठीक है, नबी पाक इसका सल्लल्लाहु अलैहि वसल्लम ने मतलब है, फरमाया है। समझ आ गई बात, अब समझ आई बात। इसका मतलब है कि मुसद्दक दो हैं, सही समझो मैं? पह, पहली उम्मतों के मुसद्दक नबी अकरम सल्लल्लाहु अलैहि वसल्लम हैं, हाँ जैसा हाँ, कि इस आयत में मौजूद है। और नबी पाक के हो गए, मिर्जा साहब दो मुसद्दक हो गए ना। तो दूसरा, जब नबी अकरम, ये अल्लाह ताला ने जब आगे दूसरी आयत में ये फरमाया, अल्लाह ताला ने नबी अकरम सल्लल्लाहु अलैहि वसल्लम फरमाते हैं कि अल्लाह ने मुझसे भी अहद लिया। वो ठीक है, सुन ली बात। मैंने कहा कि ठीक है, मुसद्दक दो एक है। अब मुसद्दक आना है कि नहीं, ये था अंसर रज़ा साहब का सवाल। सर अंसर रजा साहब की बात से तो यही निकला ना कि मुसद्दक दो हैं, एक नबी अलैहिस्सलाम मुसद्दक को पिछले नबियों के, जी, और मिर्जा साहब हो गए नबी पाक के मुसद्दक। इसका मतलब मुसद्दक दो हो गए। मैं गलती सही तो नहीं बात कर रहा? है। जब बाद में नबी अकरम सल्लल्लाहु अलैहि वसल्लम के में आपकी कुतब का असल में कुतब की बात हो रही है ना, कुरान का मुसद्दक आना है, वो आना है कि नहीं आना, ये सवाल था। अच्छा,
میں کہتا ہوں پہلے یہ تو بات کلیئر ہو جائے کہ انصر رضا صاحب کہنا چاہتے ہیں کہ دو مصدق ہیں، مرزا صاحب بھی مصدق ہیں، نبی علیہ السلام بھی مصدق ہیں، یا پھر وہ نہیں بات ٹھیک کر رہے آپ. کہاں پر غلطی ہو؟ مجھے پھر سمجھ نہیں آ رہی ہے جی پھر سر، میں عرض کر رہا ہوں بڑی واضح بات ہے کہ یہاں پہ اس آیت میں کون مصدق ہوا؟ پہلی کتب کا، پہلی حکمت کا جو اللہ تعالیٰ نے نازل کی، اس کا مصدق کون ہوا؟ سب واضح لکھا ہوا ہے کہ نبی اکرم صلی اللہ علیہ وسلم، کیونکہ ان سے تو عہد لیا گیا نا. یہاں ہم اس چیز کا عہد کرتے ہیں، یہ بات پہ ایمان اور یقین رکھتے ہیں کہ وہ نبی اکرم صلی اللہ علیہ وسلم ہیں جن کا عہد لیا گیا انبیاء سے. وہ نبی پاک صلی اللہ علیہ وسلم تشریف لے آئے اور آپ نے تصدیق کر دی پہلی کتب کی. ٹھیک ہے، یہاں پہ یہاں پہ اور کوئی ہے ہی نہیں، تو میں کیسے کہوں کہ آپ کی بات میں مان لوں جو آپ بات کر رہے ہیں. یہاں مرزا صاحب بھی ہیں اور نبی اکرم صلی اللہ علیہ وسلم بھی ہیں. یہاں تو ہے ہی نبی اکرم صلی اللہ علیہ وسلم. نہیں، نبی علیہ السلام پر جو کتاب و حکمت نازل ہوئی ہے اس کا مصدق کون ہے؟ اس کا مصدق، یہی تو سوال انصر رضا صاحب پوچھ رہے ہیں کہ جب صلی اللہ علیہ وسلم نے فرمایا ہے کہ مجھ سے بھی یہ عہد لیا گیا کہ جو حکمت، جو کتب، جو چیز تجھے تاری جائے گی وہ تیرا بھی مصدق آئے گا. وہ پوچھا ہے کہ وہ ہے کہ نہیں ہے، یہ تو سوال تھا. نہیں، سوال نہیں تھا، پوری ان کا موقف ہے. یہ اجرائے نبوت پر انہوں نے دلیل پیش کی ہے پٹی صاحب کہ کیونکہ نبی علیہ السلام سے بھی عہد لیا گیا ہے. اس کا مطلب یہ ہے، اس کا منطقی نتیجہ یہ نکلتا ہے کہ نبی علیہ السلام کے بعد ایک نبی آنے والا ہے جو ان کی کتاب و حکمت کی تصدیق کرے گا. پھر جب خاتون نے پوچھا کہ وہ آپ تو اس کا نام بھی نہیں لے رہے، تو انہوں نے کہا میں نام لے سکتا ہوں، میں اس کا نام بتا سکتا ہوں. پہلے آپ میرے ساتھ اس بات پر اتفاق کریں کہ نبی علیہ السلام کے بعد بھی ایک مصدق رسول آ کر نبی علیہ السلام کی قرآن اور حکمت کی تصدیق کرے گا. یہ کہا کہ نہیں یہ ٹھیک کہا؟ کہہ رہے ہیں آپ، یہ آپ نے ٹھیک کہا، لیکن یہ کہاں سے انہوں نے بات لی یہ بھی بیان کی وہاں پہ انہوں نے. ہاں، سورہ احزاب سے. جی ہاں، اللہ تھوڑا بھلا کرے. تو میں کہتا ہوں کہ آپ کی اس بات کا نتیجہ تو یہی نکلا نا شاید بٹی صاحب کہ سورہ احزاب میں میثاق کا ذکر کیا جا رہا ہے، اور وہ میثاق نبیوں سے جو لیا گیا ہے بشمول نبی علیہ السلام کے، وہ کیا میثاق لیا گیا ہے کہ جب وہ مصدق رسول آئے جو تمہاری کتاب و حکمت کی تصدیق کرے تو تم نے کیا کرنا ہے؟ تم نے اس پر ایمان لانا ہے. اب نبی علیہ الصلوۃ والسلام کی جو کتاب و حکمت کی تصدیق کرتا ہے، کیا نبی علیہ السلام کو یہی حکم دیا گیا نا کہ آپ نے اس پر ایمان لانا ہے، اس کی نصرت کرنی ہے؟ وَلَتُؤْمِنَنَّ بِهِ لَتَنْصُرُنَّ. نہیں، لَتُؤْمِنُنَّ بِهِ وَلَتَنْصُرُنَّ. ہاں، یہ دونوں الفاظ کہ آپ نے ایمان بھی لانا ہے اور ان کی نصرت بھی کرنی. نبی پاک سے یہ عہد لیا گیا تھا. اب یہ یہاں پہ آپ کا اور ہمارے فہم کا ہی بڑا فرق ہے، تو میں کیسے کہوں کہ نبی پاک صلی اللہ علیہ وسلم سے لیا گیا جائے. یعنی کیا فرق ہے؟ اب ایک جگہ پہ نبی ہے، دوسری جگہ پہ اس کی امت ہے. اب طارق چوہان صاحب نے اس کو واضح بھی کیا ہے، لیکن کیونکہ آپ کا اور ہمارا اس کا فہم پہ فرق ہے. اچھا، اگر امت کا بھی ہو نا پٹی صاحب، آپ مرزا صاحب کی آدھی بات لے رہے ہیں. مرزا صاحب کی پوری بات یہ ہے کہ امتیں جو ہے نا انہوں نے نبی علیہ السلام کی اوپر ایمان لانا ہے اور نبی علیہ السلام کی نصرت کرنی ہے. مرزا صاحب اپنے بارے میں نہیں کہہ رہے. امتوں کے متعلق جو مرزا صاحب نے بات لکھی ہوئی ہے نا، جس سے میں نے کہا کہ میرا اختلاف ہے، کہ ان امتوں سے یہ عہد ہو گیا. کیا عہد لیا گیا ہے؟ کہ نبی علیہ السلام پر آپ نے ایمان لانا ہے اور نبی علیہ السلام کی آپ نے نصرت کرنی ہے. یہ مرزا صاحب سمجھا رہے ہیں ڈاکٹر عبدالحکیم پٹیالی اپنے بارے میں. بالکل ٹھیک ہے، بالکل ٹھیک کہہ رہے ہیں. تو وہ میثاق ٹھیک کہہ رہے ہیں. ہاں، جس کا وہ میثاق کا ذکر کر رہے ہیں وہ تو نبی علیہ السلام کے بارے میں کہہ رہے ہیں. یہ تو نہیں کہہ رہے کہ میرے بعد میثاق لیا امتوں سے کہ جو ہندو ہیں، کرسچن ہیں، وہ میرے پر ایمان لائیں. مرزا صاحب تو اس طرف بات ہی نہیں لے کے جا رہے، وہ تو نبی پاک کے متعلق کہہ رہے ہیں. نہیں، جہاں تک آپ نے ٹھیک بات کی، میں نے کہا ٹھیک کہا آپ نے کہ مرزا صاحب جو امتوں کی بات کرتے ہیں کہ جب نبی اکرم صلی اللہ علیہ وسلم نے پہلے آنے والی
تمام کتاب اور حکمت کی تصدیق کر دی تو وہ تمام امتوں کا پر فرض ہو گیا کہ وہ ایمان لائیں. کس پر؟ حضرت محمد مصطفیٰ صلی اللہ علیہ وسلم پر، ورنہ ان کا مواخذہ ہوگا. ٹھیک ہے. اب اس کے بعد نبی اکرم صلی اللہ علیہ وسلم تشریف لے آئے، آپ پر قرآن نازل ہوا، آپ پر کتاب نازل ہوئی، اور اس کے ساتھ ہی نبی اکرم صلی اللہ علیہ وسلم پر اللہ تعالیٰ نے جب وہ آیت نازل کی سورۃ احزاب کی، تو آپ نے اللہ تعالیٰ فرماتا ہے نبی کریم صلی اللہ علیہ وسلم کو مخاطب کر کے، اور نبی کریم صلی اللہ علیہ وسلم کہ مجھ سے بھی یہ عہد لیا گیا. اب وہ عہد کیا ہے؟ اب ہمارا فہم یہ ہے کہ نبی اکرم صلی اللہ علیہ وسلم جیسے پہلی امتوں سے تھا، اسی طرح نبی اکرم صلی اللہ علیہ وسلم کی جو امت ہے ان پر یہ فرض ہے کہ جب بھی کوئی اس کتاب کا مصدق آئے تو تم پہ فرض ہے کہ تم اس پر ایمان لاؤ. اب آنا ہے کہ نہیں آنا، بات یہ سوال تھا. اچھا بھٹی صاحب، یہ فہم آپ کو کہاں سے ملا ہے؟ جہاں سے ابھی آپ نے پڑھ کے سنایا تھا نہیں، ترجمان وہاں صاحب. پہ تو یہ فہم نہیں لکھا ہوا، مرزا صاحب نے تو نہیں لکھا ہوا یہ ایک فہم. منٹ چوہان تو صاحب، آپ نے پھر آپ نے وضاحت کیوں کی ترجمان صاحب؟ مجھے نہیں، ضروری بات کر لینے دیں چوہان صاحب، ایک منٹ رکنا ذرا نا. پٹی صاحب نے 3-4 دفعہ ایک غلطی کی ہے، میں نے ان کو روکا نہیں ہے. یہ جو سورہ احزاب میں اللہ تعالیٰ نے کہا ہے نا وَإِذَا أَخَذْنَا مِنَ النَّبِيِّينَ مِيثَاقَهُمْ وَمِنْكَ، اس میں نبی علیہ السلام کا کول نہیں ہو رہا، کوڈ کہ نبی پاک نے فرمایا مجھ سے بھی عہد لیا گیا. یہ آپ بار بار کہہ رہے ہیں کہ نبی پاک نے فرمایا مجھ سے بھی عہد لیا گیا. نہیں نہیں، بلکہ یہ اللہ تعالیٰ کی ڈائریکٹ اللہ تعالیٰ کا کلام ہے کہ ہم نے عہد لیا نبیوں سے، اور آپ سے بھی لیا، نوح سے بھی لیا، ابراہیم سے بھی لیا، موسیٰ سے بھی لیا، عیسیٰ ابن مریم سے بھی لیا، اور وہ عہد بڑا سخت تھا. اب یہ جو عہد ہے نا، یہ والا عہد اور وہ والا عہد، یہ ایک ہی عہد ہے، ایک ہی میثاق ہے، اس کی کوئی گارنٹی نہیں ہے. یہی تو میں نے کہا کہ کوئی بندہ اس کی مجھے اس کا ثبوت دے دے کہ یہ دونوں آیتوں میں ایک ہی میثاق کا ذکر ہو رہا ہے، تو میں اس کو 1000 یورو انعام دوں گا. لیکن شرط یہ ہے کہ قرآن سے دکھائے، کیونکہ ان کا دعویٰ ہے نا قرآن سے ہم نے بات کرنی ہے، کسی مفسر کا قول نہ پیش کرے، کسی مجدد بلکہ وہ کہتے ہیں حدیث بھی نہیں پیش کرنی، صرف قرآن. تو قرآن میں یہ دونوں جو عہد ہے نا، ان کو ایک قرار دینا ہی ناممکن ہے، کیونکہ اس عہد میں جو نبیوں سے جس میں نبی علیہ السلام سے بھی عہد لیا گیا ہے، ہماری نظر میں، میں کم از کم میں اپنی بات کر سکتا ہوں، میری نظر میں یہ نبی علیہ السلام سے اور نوح علیہ السلام سے اور ابراہیم علیہ السلام سے اور موسیٰ علیہ السلام سے اور عیسیٰ علیہ السلام سے جو میثاق لیا گیا ہے، یہ میثاقاً غلیظہ ہے، مضبوط ایک میثاق لیا گیا ہے. اور وہ میثاق وہ والا میثاق نہیں ہے، مصدق رسول والا میثاق نہیں ہے، بلکہ یہ کوئی اور میثاق ہے. جس طرح سارے نبیوں سے میثاق لیا گیا ہے کہ بھئی تم نے جانا ہے دنیا میں تو یہ تمہاری ذمہ داری ہے، تم نے دنیا میں جا کے تبلیغ، بلغ ما انزل الیک، یہ عہد جو آپ پر نازل کیا جائے اس کو لوگوں تک پہنچائیں، یہ عہد لیا گیا ہے. نہ کہ وہ والا عہد لیا گیا ہے کہ بھئی جو مصدق رسول آئے گا اس کی، اس آیت میں اس کا ذکر نہیں ہے، سورہ احزاب کی اس آیت میں اس کا ذکر نہیں ہے کہ جب مصدق رسول آئے تو نبی علیہ السلام کو کہا گیا ہو کہ آپ نے بھی پر ایمان لانا. نہیں نہیں نہیں، اس میں نبی علیہ السلام سے بھی عہد لیا گیا ہے، نوح علیہ السلام سے بھی، ابراہیم علیہ السلام سے بھی، موسیٰ علیہ السلام سے بھی، عیسیٰ علیہ السلام سے بھی. لیکن یہ عہد نہیں لیا گیا کہ تم جب تمہارے پاس مصدق رسول آئے تو تم نے اس کی مدد کرنی ہے اور اس پر ایمان لانا ہے. مصدق رسول تو خود نبی پاک ہیں. اچھا احمد نذیر صاحب، یقین کریں کہ یار یہ پھول ہیں، کدھر ہیں آپ؟ میں کہا ہوں، میں بڑی میں نے سکرین پھول مارنے تھی ذرا. پر نہیں نہیں، آپ بات کریں گے تو وہی کلیئر ہو جائے گی، نہیں، پھولوں کی کیا ضرورت بات یہ ہے کہ ایک لفظ جو ہے نا وہ سننے کو بڑے دوست جو ہیں وہ بے تاب تھے. ہے. وہ میں نے بول دیا.
कॉल आ गई मेरे भट्टी साहब के पीछे से। क्या हमने अमर की रिकॉर्डिंग कर लिया? बस ठीक हो गया। आ जाओ भट्टी साहब, आ वाटर कह रहा जाओ। है भट्टी साहब जाए यहाँ से, हैं? ये भट्टी साहब जाए यहाँ से, ये बरौडे गलीजा है। हाँ। वाटर कह रहा है नीचे। यार आज मैं इसको ना फारिग ही कर दूं, ये बेचारा खाम खा जो है ना, अब गालियों के अलावा इसके पास और कोई बात है ही नहीं। हाँ मैंने कर दिया, मेरे को फारिग कर दिया कर दिया। नहीं, इसको असल बात फारिग मैं भट्टी साहब से ये पूछना चाहता था, ये तो भट्टी जो साहब गए किथे? अंसर है, भट्टी साहब को कॉल आ गई है। अंसर रजा साहब ने जो फहम पेश किया, ये मिर्जा साहब का तो फहम नहीं है। ये फहम कहाँ से उनको मिला है, ये असल सवाल। आखिरी बात भट्टी साहब की बड़ी इंपॉर्टेंट थी, वो करके ही नहीं गए। फुल मार के निकल गए ने, कहंदे ने मेरा काम बन गया। पता नहीं की चीज़ है ਜਿਹੜੀ ਉਹਨਾਂ ਨੂੰ ਤੁਹਾਡੀ ਪਸੰਦ ਆ ਗਈ ਐਡੀ। ਇਹ ਜਿਹੜਾ ਮੈਂ ਦੱਸਿਆ ਨਾ ਕਿ ਇਹ ਉਹ ਮਿਸਾਕ ਨਹੀਂ। ਉਹਨਾਂ ਨੇ देखो ना, अगर तो नबूवत जारी करनी सी मिर्जा साहब ने, तो वो इमा या तो यन्नाकुम वाली आयत और ए वाली मिसाक वाली आयत है तो बड़ी अच्छी, ऐसी ऐसे लिख दे कि देखो यहाँ से नबूवत जारी हो रही है। और मिर्जा साहब ने तो नहीं लिखी है गल कि नबूवत जारी हो रही, ਇਹ पेश कर देने अजराए नबूवत। ਇਹ ਜਿਹੜੇ ਮਰਜ਼ਾਈ ਨੇ, ਇਹ ਜਰਾਏ ਨਬੂਵਤ ਦੀਆਂ ਦਲੀਲਾਂ ਕਦੇ ਮਿਸਾਕੁਨ ਨਬੀyin ਵਾਲੀ ਆਇਤ, ਕਦੇ ਉਹ ਸੂਰਾ ਰਾਫ ਵਾਲੀ ਆਇਤ। हाँ, ਤੇ ਮਿਰਜ਼ਾ ਸਾਹਿਬ ਨੂੰ ਆਪ ਨਹੀਂ ਸੀ ਪਤਾ ਇਹ ਆਇਤਾਂ ਜਰਾਏ ਨਬੂਵਤ ਦੀਆਂ ਦਲੀਲਾਂ ਨੇ। वो मिर्जा साहब ने अजराए नबूवत की ही नहीं, वो तो बंद करते पे ने। ਨਹੀਂ ਕਰਦੇ ਤੇ ਕੁਆਹੇ ਤੇ ਤਾਂ ਹੀ ਕੋਈ ਨਾ ਕੋਈ ਕਰਦੇ ਤੇ ਆਏ ਨਾ, ਉਂਝ ਨਹੀਂ ਕਰਦੇ ਜੋ ਕੋਈ ਇਹ ਕਰਦੇ ਨੇ, ਪਰ ਕੁਝ ਨਾ ਕੁਝ ਉਹ ਕਰਦੇ ਸੀ ਮਿਰਜ਼ਾ ਸਾਹਿਬ ਵੀ। मिर्जा साहब ने सिर्फ इन्ना ही कहा है कि भी ਜਿਹੜਾ ਮੁਜੱਦਦ ਹੁੰਦਾ ਹੈ ਉਹ ਵਹੀ ਪਾ ਕੇ ਮਾਮੂਰ ਹੁੰਦਾ ਹੈ, ਇਸ ਸਾਰਾ ਰੰਗ ਚ ਨਬੀ ਕਹਿ ਸਕਦੇ ਹਾਂ। ਨਬੀ ਵੀ ਹੁੰਦਾ ਹੈ, ਬਸ ਇਹ ਹੀ ਗੱਲ ਹੈ ਨਾ। ਉਹ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਨਬੀ ਕਹਿ ਦਿੱਤਾ, ਇਹਨਾਂ ਨੂੰ ਨਬੀ ਦੀ ਥਾਂ ਤੇ ਬਣਾਣੀ ਹੈ ਨਾ, ਨਬੀਆਂ ਦੇ ਤੇ ਦਰਵਾਜ਼ਾ ਬੰਦ ਹੈ। ਇਹਨਾਂ ਨੇ ਹੁਣ ਉਹਨਾਂ ਦੇ ਹੱਥ 'ਚ ਕਿਤਾਬ ਵੀ ਪੜਾਣੀ, ਨਾਲ ਕਿਤਾਬ ਵੀ ਪੜਾਣੀ ਹੈ, ਨਬੂਵਤ ਵੀ ਪੜਾਣੀ ਹੈ, ਤਿਲਾਵਤ ਵੀ ਕਰਨੀ ਉਹਦੀ। ਉਹ ਤੁਸੀਂ ਕਹਿੰਦੇ ਨਹੀਂ ਇਹ ਟੰਗਣੇ ਤੇ ਚੜਨਾ, ਟਮਣੇ ਦੇ ਚੜਨਾ ਤਿਲਾਵਤ ਚਲਾਉਣ ਵਾਸਤੇ, ਟੰਗਣੇ ਤੇ ਚੜ ਕੇ ਤੇ ਮੁਸਲਮਾਨਾਂ ਦੇ ਅੱਗੇ ਪੇਸ਼ ਕਰਨਾ ਹੈ ਜੋ ਸਾਡਾ ਨਬੀ, ਕਰ ਲੋ ਜੋ ਕਰਨਾ। ਉਹੀ ਮੈਂ ਕਹਿ ਰਿਹਾ ਨਾ ਕਿ ਉਹ ਇੱਕ ਬੰਦੇ ਨੇ ਨਬੂਵਤ ਦਾ ਦਾਅਵਾ ਹੀ ਨਹੀਂ ਕੀਤਾ, ਨਾ ਜਰਾਏ ਨਬੂਵਤ ਕੀਤੀ, ਉਹਦੇ ਉੱਤੇ ਤੋਹਮਤ ਲਾਈ ਹੋਈ। ਇਹ ਆ ਗਏ ਨੇ ਫਿਰ ਨਾਸਰ ਸਾਹਿਬ, ਆਪੋ ਆ ਜਾਏ ਨੇ ਕੋਈ ਗੱਲ ਕਰ। ਅੰਸਰ ਰਜ਼ਾ ਜਿਹੜਾ ਇਹ ਤਾਂ ਨਹੀਂ ਮੰਨਦਾ ਮਿਰਜ਼ਾ ਸਾਹਿਬ ਨੂੰ ਨਬੀ, ਕਿਉਂਕਿ ਇਹ ਤਾਂ ਕਹਿੰਦਾ ਕਿ ਮੇਰੇ ਸਾਹਮਣੇ ਮਿਰਜ਼ਾ ਸਾਹਿਬ ਦੀ ਤੁਸੀਂ ਤਹਰੀਰ ਨਹੀਂ ਪੇਸ਼ ਕਰਨੀ, ਮੈਂ ਆਪ ਜੋ ਦਾਲ ਦਲੀਆ ਕਰਨਾ ਕੁਰਾਨ ਦੀ ਆਇਤ ਪੜ੍ਹ ਕੇ, ਜੋ ਮੈਂ ਉਹਦੇ ਨਾਲ ਖਿਲਵਾੜ ਕਰਨਾ, ਉਹੀ ਮੰਨਿਆ ਜਾਏਗਾ। ਯਾਨੀ ਅਗਰ ਮਿਰਜ਼ਾ ਸਾਹਿਬ ਨੂੰ ਨਬੀ ਮੰਨੇ, ਮਿਰਜ਼ਾ ਸਾਹਿਬ ਦੀ ਤਹਿਰੀਰਾਤ ਤੇ ਉਹ ਬਹੁਤ ਸ਼ਰਮਿੰਦਾ ਰਹਿੰਦਾ ਹਰ ਵੇਲੇ। ਨਹੀਂ ਤੇ ਅਗਰ ਮਿਰਜ਼ਾ ਸਾਹਿਬ ਨੂੰ ਨਬੀ ਮੰਨੇ ਤੇ ਫਿਰ ਆਪਣੇ ਤੇ ਮਿਰਜ਼ਾ ਸਾਹਿਬ ਨੂੰ ਫੌਕੀਅਤ ਇਹਨੂੰ ਦੇਣੀ ਚਾਹੀਦੀ ਨੇ ਕਿ ਭਈ ਮੈਂ ਜੋ ਗੱਲ ਕਰ ਰਹਾ ਉਹ ਅਥੈਂਟਿਕ ਨਹੀਂ ਹੈ, ਅਗਰ ਉਹਦੇ ਮੁਕਾਬਲੇ 'ਚ ਮਿਰਜ਼ਾ ਸਾਹਿਬ ਦੀ ਗੱਲ ਆ ਜਾਏ ਤੇ ਉਹ ਮੰਨੀ ਜਾਏਗੀ। ਇਹ ਕਹਿੰਦਾ ਨਹੀਂ, ਮੇਰੇ ਮੁਕਾਬਲੇ ਮਿਰਜ਼ਾ ਸਾਹਿਬ ਦੀ ਗੱਲ ਨਹੀਂ ਮੰਨੀ ਜਾਏਗੀ, ਮੇਰੀ ਮੰਨੀ ਜਾਏਗੀ। ਤੇ ਇਹ ਕਿੱਥੋਂ ਨਬੀ ਮੰਨਦਾ ਮਿਰਜ਼ਾ? ਬਿਲਕੁਲ ਇਹ ਨਹੀਂ ਨਬੀ ਮੰਨਦਾ। ਇਸ ਅਸੂਲ ਦੀ ਬਿਨਾ ਤੇ ਸਾਰੇ ਨਹੀਂ ਫਿਰ ਮੰਨਦੇ ਆ। ਨਾਸਰ ਇੰਜੀ ਗੱਲ ਨਾਸਰ ਕਹਿੰਦਾ ਮੰਨਦੇ। ਜਿਹੜਾ मिर्जाई कहता है ना कि खत्म नबूवत वो रूहानी खजान पे बात नहीं होगी, वो समझ लो कि वो नहीं मानता उन्होंने। इब्ने माजा ਮੰਨਦਾ ਹੈ? ਹਾਂਜੀ ਸਰ, ਨਾਸਰ ਸਾਹਿਬ ਆ ਗਏ ਹੋ ਤੇ माइक खोलो सर। हाँ जी, अस्सलाम वालेकुम जी। शुरका महफिल की खिदमत में नहायत ही मोहब्बत भरा सलाम अर्ज़ है। मैं थोड़ी सी गुफ्तगू सुनी है, अगर उधर से मैंने 2-3 मिनट तबसरे वास्ते लग जाए तो। ਹਾਂ 2-3 ਮਿੰਟ ਦਿਓ ਇਹਨਾਂ ਨੂੰ, ਇਹ ਤਕਰੀਰ ਰੱਟ ਕੇ ਨਹੀਂ ਹੋਏ ਨਾ ਕਰਨੀ ਕਰ ਸਕਣ ਲਗੇ ਤੇ ਜੇ ਫਿਰ ਜੇ ਕਰਨਾ ਜੇ ਤਬਸਰਾ ਤੇ ਫਿਰ ਜਵਾਬੀ ਤਬਸਰਾ ਸੁਣਨ ਵਾਸਤੇ ਤਿਆਰ ਹੋਵੇ ਤੇ ਫਿਰ ਕਰ ਲਓ। हाँ, मैं जवाबी तबसरा तो पावे तुसीं देंदे रहो, मैं बहरहाल वली साहब ਨੂੰ ਜ਼ਿਆਦਾ ਤੁਸੀਂ ਦਿੰਦੇ ਰਹੋ, ਉਹਨੇ ਜਾਣਾ। ਮਿੰਟ ਤਕਰੀਰ ਕਰਕੇ ਨਾ ਤੇ ਬਾਅਦ ਚ ਤੁਸੀਂ ਲੱਗੇ ਰਹੀਓ 3 ਮਿੰਟ ਤਕਰੀਰ ਕਰਕੇ ਨੱਚਣਾ। ਤੁਸੀਂ ਨਾਸਰ ਸਾਹਿਬ ਅਗਰ ਮੈਨੂੰ ਮੁਖਾਤਬ ਕਰਕੇ ਤਬਸਰਾ ਕਰਨਾ ਵਾ, ਲੇਕਿਨ ਜਵਾਬ ਜਿਹੜਾ ਵਾ ਨਾ ਉਹ ਇਹਨਾਂ ਚੋਂ ਹੀ ਕਿਸੇ ਨੇ ਦੇਣਾ ਵਾ, ਇਹ ਉਹ ਮੈਂ ਨਹੀਂ ਦੇਣਾ, ਉਹ ਫਿਰ ਇਹ ਜਿਹੜੇ ਬੈਠੇ ਨੇ ਮੇਰੇ ਉਸਤਾਦ ਉਹਨਾਂ ਨੇ ਦੇਣਾ। ਖਸੂਸੀ ਗੁਜ਼ਾਰਿਸ਼ ਹੋਤੀ ਹੈ ਅੰਬੀਆ ਤੇ ਖੁਲਫਾ ਰਸੂਲ ਦੇ ਖੁਲਫਾ ਤੋਂ ਜੋ ਹੈ ਨਾ ਉਹਦੇ ਉੱਤੇ ਨਾ ਪਾ ਕਰੋ, ਬਾਕੀ ਮੇਰੀ ਭਾਵੇਂ ਜੋ ਮਰਜ਼ੀ ਤੰਬੀ ਲਾ ਦਿਓ, ਕੋਈ ਫਰਕ ਮਸਲਾ ਨਹੀਂ। ਇਹ ਅੰਬੀਆ ਨੂੰ ਇੱਥੇ ਕੌਣ ਪਿਆ ਕਹਿੰਦਾ? ਅੰਬੀਆ ਨੂੰ ਤੇ ਖੁਲਫਾ ਨੂੰ ਤੇ ਕੋਈ ਵੀ ਨਹੀਂ ਪਿਆ ਕਹਿੰਦਾ। ਸਾਡਾ ਤੋਂ ਤੁਹਾਡਾ ਕਿਤੇ ਨਹੀਂ, ਅਸੀਂ ਆਪਣੇ ਦੀ ਗੱਲ ਪੇ ਕਰਨੀ, ਅਸੀਂ ਆਪਣੇ ਰਸੂਲ ਸਕਦੇ ਹਾਂ ਜੀ।
ਤਾਂ ਅਸੀਂ ਜਿਹੜਾ ਹੈਗਾ ਨਾ, ਸਾਡਾ ਤਾਂ ਇੱਕ ਅਕੀਦਾ ਹੈਗਾ, ਲੇਕਿਨ ਬਸ ਕਿਤੇ ਸਾਨੂੰ ਤੁਹਾਡੇ ਕਿਤੇ ਨਾ ਕੀ ਕਰ ਜੀ ਨਾਸਰ ਸਾਹਿਬ। ਕਰ ਦੋ। ਲੇਕਿਨ ਜਿਹੜੇ ਸਾਡੇ ਸਰ ਦੇ ਤਾਜ ਨੇ, ਇਮਾਮੁਲ ਅੰਬੀਆ ਕਰਾਮ ਦੀ ਇੱਕ ਫਹਿਰਿਸਤ ਹੈ। ਉਹ ਅੰਬੀਆ ਕਰਾਮ ਦੀ ਫਹਿਰਿਸਤ ਦਾ ਤੇ ਕੋਈ ਬੰਦਾ ਇਨਕਾਰ ਹੀ ਨਹੀਂ ਪਿਆ ਕਰਦਾ। ਤੁਸੀਂ ਹੁਣ ਗੁੱਗੂ ਤੇਲੀ ਨੂੰ ਬਣਾ ਲਓ ਨਬੀ ਤੇ ਆਖੋ ਵੀ ਇਹਨੂੰ ਵੀ ਨਬੀਆਂ ਦੀ ਫਹਿਰਿਸਤ ਸ਼ਾਮਿਲ ਕਰੋ। ਯਾਰ ਪਤਾ ਆमिर ਸਾਹਿਬ, ਮਸਲਾ ਇਹ ਹੈ ਕਿ ਅਸੀਂ ਅੰਬੀਆ ਕਰਾਮ ਦੀ ਜਿਹੜੀ ਡੈਜ਼ਿਗਨੇਸ਼ਨ ਹੈ ਨਾ, ਉਹ ਅਸੀਂ ਆਪਣੇ ਸਰ ਦੇ ਉੱਤੇ ਚੁੱਕ ਲਈਏ ਕਿ ਅਸੀਂ ਅੰਬੀਆ ਕਰਾਮ ਦੇ ਨਾਲ ਟਕਰਾ ਕੇ ਕੋਈ ਫਤਹ ਕਰ ਲੈਣੀ ਹੈ। ਇਹ ਹੋ ਨਹੀਂ ਸਕਦਾ। ਕੁਰਾਨ ਦਾ ਮੇਰੀ ਗੱਲ ਸੁਣੋ, ਤੁਸੀਂ ਅਗਰ ਕਰੋ ਮੈਂ ਕਿ ਮੈਂ ਔਰ ਮੇਰੇ ਕਾਲਿਬ ਸਾਡੇ ਉੱਤੇ ਤੋਂ ਅੱਲਾਹ ਸਾਨੂੰ ਤੇ ਹੈ ਟੈਨਸ਼ਨ ਦੀ ਲੋੜ, ਉਹ ਤੁਹਾਨੂੰ ਨਹੀਂ, ਤੁਹਾਡੀ ਆਪਣੀ ਮਰਜ਼ੀ ਹੈ। ਅਸੀਂ ਤੇ ਕਹਿੰਦੇ ਆ ਕਿ ਤੁਸੀਂ ਅਗਰ ਅੰਬੀਆ ਦੀ ਫਹਿਰਿਸਤ 'ਚ ਮੁਸੈਲਮਾ ਕਜ਼ਾਬ ਨੂੰ ਖੜਾ ਕਰਕੇ ਆਖੋ ਯਾਰ ਅੰਬੀਆ ਨੂੰ ਮਾੜਾ ਨਾ ਆਖੋ, ਅੰਬੀਆ ਨੂੰ ਮਾੜਾ ਨਾ ਆਖੋ, ਫਿਰ ਅਸੀਂ ਕੀ ਕਰਾਂਗੇ? ਹੁਣ ਦੱਸੋ। ਜਿਹੜੀ ਗੱਲ ਅਸੀਂ ਮੰਨਦੇ ਨਹੀਂ ਹੈ, ਉਹ ਜ਼ਬਰਦਸਤੀ ਸਾਡੇ ਉੱਤੇ ਚਸਪਾ ਕਰਨ ਦੀ ਕੀ ਲੋੜ ਹੈ? ਅਸੀਂ ਜੋ ਤੁਸੀਂ ਮੰਨਦੇ ਹੋ ਮੈਂ ਕਹਿਣਾ ਨਹੀਂ ਚਾਹੁੰਦਾ, ਤੇ ਮੈਂ ਤੁਹਾਨੂੰ ਪਿਆਰ ਨਾਲ ਪੈ ਦੱਸਣਾ ਵੀ ਤੁਸੀਂ ਅਗਰ ਮੁਸਲਮਾਨਾਂ ਨੂੰ ਉੱਥੇ ਖੜਾ ਕਰਕੇ ਆਖੋ ਕਿ ਬਈ ਤੁਸੀਂ ਕਿਸੇ ਤੇ ਯਾਰ ਕੰਟ ਨਾ ਕਰਿਆ ਕਰੋ, ਤੇ ਅਸੀਂ ਕੀ ਕਰਾਂਗੇ ਫਿਰ? ਅੱਛਾ ਯਾਰ, ਮਸਲਾ ਪਤਾ ਕੀ ਹੈ ਯਾਰ, ਭੱਟੀ ਸਾਹਿਬ ਦੁਬਾਰਾ ਆ ਗਏ ਨੇ, ਉਹਨਾਂ ਨਾਲ ਕਰ ਲਓ ਗੱਲ। ਹਾਂ ਨਾਸਰ ਸਾਹਿਬ, ਤੁਸੀਂ ਇੱਕ ਮਿੰਟ ਰੁਕੋ। ਸੇਲ ਨਾਸਰ ਸਾਹਿਬ, ਭੱਟੀ ਸਾਹਿਬ ਡਰਾਪ ਹੋ ਗਏ ਸੀ ਕਿਸੇ ਵਜ੍ਹਾ ਤੋਂ, ਸ਼ਾਇਦ ਕਾਲ ਆ ਗਈ ਸੀ। ਆਵਾਜ਼ ਵੀ ਨਹੀਂ ਸੀ ਆ ਰਹੀ ਮੈਨੂੰ। ਫੁੱਲ ਮਾਰਨ ਤੋਂ ਬਾਅਦ ਜਿਹੜੀ ਮੈਂ ਗੱਲ ਕੀਤੀ ਸੀ ਉਹ ਹੋ ਗਈ ਸੀ ਕੰਪਲੀਟ ਕਿ ਨਹੀਂ? ਬਸ ਇੰਨਾ ਕੁ ਦੱਸ ਦਿਓ। ਸੁਣੀ ਨਹੀਂ ਬਾਅਦ ਤੇ ਫੁੱਲਾਂ ਦੀ ਆਵਾਜ਼ ਆਈ। ਠੀਕ ਹੋ ਗਿਆ। ਉਹ ਬਸ ਇੱਕ ਤਸਲਸਲ ਜਾਰੀ ਸੀ, ਤੇ ਮੈਂ ਸਿਰਫ ਬਾਅਦ 'ਚ ਇਹ ਕਹਿ ਰਿਹਾ ਸੀ, ਗੱਲ ਤਾਂ ਹੋਰ ਵੀ ਮੈਂ ਕੀਤੀ ਸੀ, ਲੇਕਿਨ ਹੁਣ ਮੇਰੇ ਜ਼ਿਹਨ 'ਚ ਵੀ ਡਰਾਪ ਹੈ, ਮੈਂ ਨਾਲੇ ਆਨ ਦਾ ਵੇ ਹੋ ਗਿਆ। ਮੈਂ ਹੁਣ ਸਿਰਫ ਇਹ ਕਹਿ ਰਿਹਾ ਵਾਂ ਕਿ ਕਿਉਂਕਿ ਕੁਝ ਦੋਸਤਾਂ ਨੂੰ ਤੁਹਾਂ ਰਹਿਨਮਾਈ ਗਾਈਡਨੈਸ ਦਿੱਤੀ ਸੀ ਸੁਬਾਹ, ਉਹਨਾਂ ਦੇ ਨੀਚੇ ਮੈਸੇਜ ਆ ਰਹੇ ਨੇ, ਸ਼ਾਇਦ ਉਹ ਪੜ੍ਹ ਕੇ ਆਏ ਨੇ ਦੁਬਾਰਾ, ਉਹਨਾਂ ਨੂੰ ਤੁਸੀਂ ਹੁਣ ਲੈ ਲਓ। ਮੈਂ ਦੁਬਾਰਾ ਜਿਹੜਾ ਨਾ ਇਨਸ਼ਾਅੱਲਾ ਜ਼ਰੂਰ ਹਾਜ਼ਰ ਹੋਵਾਂਗਾ, ਲੇਕਿਨ ਉਹ ਕੁਛ ਮੈਂ ਚੈੱਕ ਕਰਾਂਗਾ ਕਿੰਨੀ ਆਡੀਓ ਮੈਂ ਰਿਕਾਰਡ ਹੋ ਸਕੀ ਹੈ, ਉਹ ਵੀ ਮੈਂ ਸੁਣ ਲਾਂਗਾ। ਤੇ ਦੂਸਰਾ ਵਲੀ ਸਾਹਿਬ ਕਹਿੰਦੇ ਨੇ ਸਾਰੀ ਹੈ, ਉਹ ਵੀ ਕਲਿੱਪ ਬਣਾ ਲੈਣ ਤਾਂ ਕਿ ਜਿਹਦਾ ਜ਼ਰੂਰਤ ਪਵੇ ਉਹ ਫਿਰ ਬੰਦਾ ਲਾ ਲਵੇ। ਇਹਨੂੰ ਮਜ਼ੀਦ ਵਾਜ਼ੇ ਕਰ ਲਾਂਗੇ ਸਮਝਾਉਣ ਵਾਸਤੇ। ਤੇ ਬਹੁਤ ਸ਼ੁਕਰੀਆ ਅਮਨਜੀਤ ਸਾਹਿਬ। ਠੀਕ ਭੱਟੀ ਸਾਹਿਬ। ਹੋਰ ਮੈਂ ਇਹ ਵੀ ਵਾਜ਼ੇ ਕਰ ਦਿਆਂ ਕਿ ਫੁੱਲ ਮੈਂ ਤੁਹਾਨੂੰ ਉਹ ਜਿਹੜੀ ਗੱਲ ਤੋਂ ਮਾਰੇ ਹਨ ਉਹ ਗੱਲ ਸੁਣੀ ਹੈ ਕਿ ਨਹੀਂ ਜੀ? ਦੱਸਿਆ ਹੀ ਨਹੀਂ ਤੁਸੀਂ ਯਾਰ, ਪਤਾ ਨਹੀਂ ਆਵਾਜ਼ ਡਰਾਪ ਹੋ ਗਈ ਸੀ। ਫੁੱਲ ਮੈਂ ਤੁਹਾਨੂੰ ਇਸੋਂ ਮਾਰੇ ਸਨ ਕਿ ਟਿਕਟੌਕ ਦੇ ਜਿੰਨੇ ਵੀ ਦਾਈਆਨੇ ਇਸਲਾਮ ਦੋਨੋਂ ਤਰਫ ਦੇ, ਉਹਨਾਂ ਦੀ ਇਹ ਖਾਹਿਸ਼ ਸੀ ਕਿ ਅਮਰ ਨਜ਼ੀਰ ਸਾਹਿਬ ਇਹ ਆਪਣੇ ਲੱਭ ਮੁਬਾਰਕ 'ਚੋਂ ਗੱਲ ਕੱਢਣ ਕਿ ਗੱਲ ਸਿਰਫ ਕੁਰਾਨ 'ਚੋਂ ਹੋਏਗੀ, ਕੋਈ ਤਫਸੀਰ ਨਹੀਂ, ਕੋਈ ਕੁਤਬ ਨਹੀਂ, ਕੋਈ ਚੀਜ਼ ਨਹੀਂ। ਠੀਕ ਹੈ, ਉਹ ਇਹ ਕਿਉਂਕਿ ਅੱਜ ਵੇਖੋ ਦੋਸਤਾਂ ਨੂੰ ਸੁਣਨ ਨੂੰ ਮਿਲਿਆ ਹੈ, ਮੈਨੂੰ ਵੀ ਬਹੁਤ ਅੱਛਾ ਲੱਗਾ। ਇਸ ਚੀਜ਼ ਦਾ ਮੈਂ ਜਿਹੜਾ ਨਾ ਜੀ ਉਹ ਫੁੱਲ ਤੁਹਾਨੂੰ ਮਾਰੇ ਨੇ, ਤੇ ਅੱਲਾਹ ਤਾਲਾ ਕਰੇ ਤਾਂ ਕਿਉਂਕਿ ਤੁਸੀਂ ਮਾਸ਼ਾਅੱਲਾ ਸਾਹਬੇ ਇਲਮ ਹੋ, ਤੇ ਇੱਥੇ ਦੋਸਤਾਂ ਦੀ ਖਾਹਿਸ਼ ਹੈ ਕਿ ਅਮਰ ਨਜ਼ੀਰ ਸਾਹਿਬ ਸਿਰਫ ਔਰ ਸਿਰਫ ਕੁਰਾਨ ਤੋਂ ਗੱਲ ਕਰਨ, ਕਿਉਂਕਿ ਫਹਿਮ ਰੱਖਦੇ ਨੇ ਤੇ ਉਹ ਸੁਣਨ ਵਾਲਿਆਂ ਨੂੰ ਬਹੁਤ ਕੁਝ ਮਿਲੇਗਾ। ਠੀਕ ਹੈ ਜੀ, ਉਮੀਦ ਹੈ ਇਨਸ਼ਾਅੱਲਾ। ਭੱਟੀ ਸਾਹਿਬ ਨੇ ਵੀ ਮਸੀਹ ਮੌਤ ਦਾ ਇਨਕਾਰ ਕਰ ਦਿੱਤਾ। ਠੀਕ ਹੈ ਜੀ, ਤੇ ਜਜ਼ਾਕੱਲਾ, ਬਹੁਤ ਸ਼ੁਕਰੀਆ। ਮੈਂ ਇਨਸ਼ਾਅੱਲਾ ਫਿਰ ਦੁਬਾਰਾ ਹਾਜ਼ਰ ਹੋਵਾਂਗਾ ਕਿਸੇ ਟਾਈਮ ਬਰਾਤ ਲੱਗੀ ਹੋਏਗੀ ਨਾ ਜੀ। ਠੀਕ ਹੈ ਭੱਟੀ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਕੋਈ ਮਸਲਾ ਨਹੀਂ ਆਇਆ, ਕੰਮ ਦੇ ਨਾਲ ਚੱਲਦੇ ਨੇ ਤੇ ਵੇ ਹੋ ਗਿਆ। ਹਾਂ, ਮੈਂ ਆਖਿਆ ਸ਼ਾਇਦ ਡਰਾਪ ਹੋ ਗਿਆ, ਕੀ ਮਸਲਾ ਬਣਿਆ। ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਜੀ। ਸੇਲ ਨਾਸਰ ਸਾਹਿਬ ਬੋਲੋ ਜੀ। अच्छा जी, एक तो मैं ये ਤੁਹਾਡੀ ਗੁਜ਼ਾਰਿਸ਼ ਇਹ ਮੁਨਾਜ਼ਰਾ ਪਿਆ ਕਿੱਥੇ? ਮੈਂ YouTube ਤੇ ਲੱਭ ਰਿਹਾ, ਮੈਨੂੰ ਲੱਭਾ ਕੋਈ ਨਹੀਂ। ਇਹਦਾ ਮੇਰੀ ਥੋੜੀ ਰਹਿਨਮਾਈ ਕਰ ਛੱਡੋ। ਉਹ ਮੁਨਾਜ਼ਰਾ ਤੇ ਤੁਹਾਡੀ ਬਰਾੜ ਸੀ, ਉਹਦੀ ਢੂੰਡ ਲਓ ਮੁਝੇ ਦੀ, ਉਹਨੂੰ ਪੁੱਛ ਲਓ ਉਹਦੀ। ਮੈਂ ਸੁਣ ਰਿਹਾ ਸੀ, ਲੇਕਿਨ ਮੇਰੇ ਹੈਡਫੋਨ ਲੱਗੇ ਕਿਉਂਕਿ ਸਵੇਰ ਕੰਮ ਤੇ ਛੇਤੀ ਜਾਣਾ ਪੈਂਦਾ ਤੇ ਇੱਥੇ ਰਾਤੀ 12 ਵਜੇ ਸੀ, ਤੇ ਉਹ ਮੇਰੇ ਹੈਡਫੋਨ 'ਚ ਲੱਗੇ ਨਾ, ਮੈਂ ਸੋ ਗਿਆ ਸੀ। ਤਾਂ ਅੱਧਾ ਪਿਛੱਦਾ ਕੋਈ ਨੀਂਦ 'ਚ ਮੈਂ ਸੁਣਿਆ ਜਾਂ ਉਹਦਾ ਸਹੀ ਮਜ਼ਾ ਨਹੀਂ ਲੈ ਸਕਿਆ। ਤੇ ਜਿਹੜਾ ਜਿਹੜਾ ਪੂਰਾ ਮੁਨਾਜ਼ਰਾ ਹੈ ਯਾਰ ਤੁਸੀਂ ਮੰਨ ਲਵੋ ਤਾਂ ਮੈਂ ਨਾ ਦੱਸਦਾ ਵਾ। ਇਹ ਜਿਹੜਾ ਇੱਕ ਇਖਤਤਾਮੀ ਜੁਮਲੇ ਸੀ ਨਾ, ਇਹ ਬੜੇ ਕਮਾਲ ਦੇ ਸੀ। ਤੇ ਇੱਕ ਅੱਛਾ ਦੂਜੀ ਗੱਲ ਇਹ ਹੈਗੀ ਕਿ ਮੈਂ ਅਸਲ 'ਚ ਇੱਕ ਜੋ ਤੁਹਾਡੇ ਕੋਲ ਇੱਕ ਵਾਹਿਦ ਰਾਸਤਾ ਜਿਹੜਾ ਬਚਿਆ ਹੈ ਨਾ ਗੁਫ਼ਤਗੂ ਦਾ, ਉਹ ਇਹ ਹੈ ਕਿ ਤੁਸੀਂ ਦੋ ਮਿਸਾਕ ਸਾਬਿਤ ਕਰਨੇ ਨੇ। ਅਸੀਂ ਸਾਬਿਤ ਕਰਨੇ ਨੇ। नहीं, जेड़ा ਤੁਹਾਡਾ ਇੱਕ ਹਤਮੀ ਫੈਸਲਾ ਆਇਆ ਹੈ ਨਾ, अगर ਇੱਕੋ ਹੀ ਮਿਸਾਕ ਸਾਬਿਤ ਹੋ ਜਾਂਦਾ ਤਾਂ ਅੰਸਰ ਰਜ਼ਾ ਸਾਹਿਬ ਦੀ ਦਲੀਲ ਜਿਹੜੀ ਹੈ ਉਹ ਬੜੀ ਮੁਹਕਮ ਹੈ, ਉਹ ਬੜੀ ਦਲੀਲ ਹੈ। ਅਗਰ ਦੋ ਮਿਸਾਕ ਸਾਬਿਤ ਹੁੰਦੇ ਫਿਰ ਥੋੜਾ ਜਿਹਾ
ਉਹਦੇ ਵਿੱਚ ਕੋਈ ਗੇਮ ਨਿਕਲ ਸਕਦੀ ਹੈ। ਠੀਕ ਠੀਕ ਹੈ। ਦੂਜੀ ਅੱਛਾ, ਗੱਲ ਇਹ ਜਿਹੜੀ ਅਨਸਰ ਰਜ਼ਾ ਸਾਹਿਬ ਦੀ ਦਲੀਲ ਹੈ ਨਾ, ਉਹ ਤੇ ਵਾਕਈ ਮੁਹਕਮ ਹੈ, ਔਰ ਇੰਨੀ ਮੁਹਕਮ ਹੈ ਕਿ ਅਗਰ ਉਹਨਾਂ ਨੇ ਇਹਦੇ ਤੇ ਥੋੜਾ ਜਿਹਾ ਹੋਰ ਐਕਸੀਲੇਟਰ ਦਿੱਤਾ ਨਾ ਤੇ ਸਾਡੀ ਮੰਜ਼ਿਲ ਸਾਨੂੰ ਮਿਲ ਜੇਗੀ। ਅਸੀਂ ਵੀ ਚਾਹੁੰਦੇ ਹਾਂ ਕਿ ਲੋਕੀ ਮਿਰਜ਼ਾ ਸਾਹਿਬ ਨੂੰ ਛੋੜ ਕੇ ਤੇ ਕੋਈ ਆਪਣਾ ਨਵਾਂ ਨਬੀ ਤੇ ਨਵਾਂ ਆਪਣਾ ਕੋਈ ਸਰਬਰਾਹ ਢੂੰਡਣ ਤੇ ਮਿਰਜ਼ਾ ਸਾਹਿਬ ਨੂੰ ਤਲਾਕਾਂ 3 ਦੇਣ ਇਕੱਠੀਆਂ ਹੀ। ਇਹ ਤਾਂ ਬੜੀ ਅੱਛੀ ਗੱਲ ਹੈ। ਉਹਨਾਂ ਦਾ ਮੌਕਫ ਤੇ ਇਹਦੇ ਤੇ ਅਗਰ ਮਜ਼ਬੂਤ ਹੋ ਜਾਂਦਾ ਹੈ, ਪੁਖਤਾ ਹੋ ਜਾਂਦਾ ਹੈ, ਤੇ ਅਸੀਂ ਦਾਤ ਦਿਆਂਗੇ। ਅਸੀਂ ਤਾਂ ਖੁਦ ਉਹਨਾਂ ਦੇ ਮੌਕਫ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਸਾਡੇ ਕੋਲੋਂ 2 ਮਿਸਾਕ ਨਹੀਂ ਸਾਬਤ ਹੋਣ ਲੱਗੇ, ਤੁਸੀਂ ਅਨਸਰ ਰਜ਼ਾ ਸਾਹਿਬ ਵਾਲੇ ਮੌਕਫ ਦੇ ਉੱਤੇ ਡਟ ਜਾਓ ਤੇ ਮਿਰਜ਼ਾ ਸਾਹਿਬ ਨੂੰ ਕਰੋ ਫਾਰਗ ਤੇ ਆਖੋ ਜੀ ਇਹ ਉਹੀ ਮਿਸਾਕ ਹੈ ਜਿਹੜਾ ਨਬੀ ਪਾਕ ਕੋਲ ਲਿਆ ਗਿਆ ਹੈ। ਮਿਰਜ਼ਾ ਸਾਹਿਬ ਝੂਠ ਬੋਲ ਕੇ ਗਏ ਨੇ ਕਿ ਕਤਲ ਵੇਚ ਕੇ ਇਹ ਨਬੀ ਅਲੈਹ ਸਲਾਮ ਦੇ ਬਾਰੇ ਮਿਸਾਕ ਹੈ, ਬਲਕਿ ਨਹੀਂ, ਇਹ ਮਿਰਜ਼ਾ ਸਾਹਿਬ ਦੇ ਬਾਰੇ ਮਿਸਾਕ ਕਰੋ ਤੇ ਡਟ ਜਾਓ। ਸਾਰੇ ਇਤਰਾਜ਼ ਨਹੀਂ ਆ। ਅੱਛਾ, ਇੱਕ ਗੱਲ ਹੈਗੀ ਕਿ ਹੁਣ ਤੁਸੀਂ ਕਿਹਾ ਕਿ ਚੀਖਾਂ ਨੇ, ਚੀਖਾਂ ਹੁਣ ਆਮਿਰ ਸਾਹਿਬ ਮੰਜ਼ਿਲ ਜਿਹੜੀ ਹੈ, ਮੰਜ਼ਿਲ ਬਹੁਤ ਪਿੱਛੇ ਰਹਿ ਗਈ ਹੈ। ਹੁਣ ਚੀਖਾਂ ਨੇ, ਰੋਣੇ ਨੇ, ਪਿੱਟਣੇ ਨੇ, ਉਹ ਅਸੀਂ ਰੋਜ਼ਾਨਾ ਵੇਖਦੇ ਨੇ ਤੇ ਇਹ ਮੰਜ਼ਿਲ ਵਾਲਾ ਚੱਕਰ ਜਿਹੜਾ ਨਾ, ਉਹ ਤੋਂ ਹੁਣ ਤੁਹਾਡੇ ਖਾਬੋ ਖਿਆਲਾਂ 'ਚ ਵੀ ਬਹੁਤ ਅੱਗੇ ਵੱਧ ਗਿਆ ਵਾ। ਦੂਜੀ ਗੱਲ ਇਹ ਹੈਗੀ ਜਿਹੜੀ ਮੈਂ ਆਪਣੀ ਕਮ ਅਕਲ ਫਹਿਮ ਦੇ ਨਾਲ ਸਮਝਿਆ ਵਾ ਕਿ ਇਸਮੇ ਤੁਸੀਂ ਇੱਕ ਟਵਿਸਟ ਕਰਨਾ ਚਾਹ ਰਹੇ ਹੋ ਕਿ ਹਜ਼ਰਤ ਮਸੀਹ ਮਾਊਦ ਜਿਹੜੇ ਨੇ ਉਹਨਾਂ ਨੇ नबी पाक की जो है वो तस्दीक की है। हालांकि जो मैं समझिया वा उन्होंने कुरान की असल फहम और नबी पाक की जो असल तालीमात और हिकमत है उसकी तस्दीक की है। तुसी शख्सियत नूं दरमियान में ला के नबी पाक दी ये थोड़ा जिहा तुसी कर रहे हो। हालांकि जो मेरी अकल दे विच गल आई है ਉਹਦੇ नबी पाक दा सिर्फ और सिर्फ कुरान ਜਿਹੜੀ ਉਹਨਾਂ किताब उतरी है ਤੇ ਜਿਹੜੀ ਉਹ हिकमत वाली तालीमात लोगों ਨੂੰ ਦਿੱਤੀਆਂ ਉਹਦੀ ਤਸਦੀਕ ਦੀ ਗੱਲ ਹੋ ਰਹੀ है। ਤੇ ਇਹਦੇ ਵਿੱਚ ਸ਼ਖਸੀਅਤ ਦਾ ਤਾਂ ਕੋਈ ਹੈ ਹੀ ਕੋਈ ਨਹੀਂ ਚੱਕਰ ਨਬੀ ਪਾਕ ਦੀ ਬਬਰਕਤ ਜ਼ਾਤ ਦੀ ਸ਼ਖਸੀਅਤ ਦਾ। ਨਹੀਂ, ਅਸਲ ਦੇ ਵਿੱਚ ਤਸਦੀਕ ਜਿਹੜੀ ਹੈ, ਅਸੀਂ ਵੀ ਸ਼ਖਸੀਅਤ ਦਾ ਨਹੀਂ ਕਿਹਾ। ਤਸਦੀਕ ਜਿਹੜੀ ਹੈ ਉਹ ਕਿਤਾਬੋ ਹਿਕਮਤ ਦੀ ਹੈ, ਜਿਹਦੇ 'ਚ ਜ਼ਿਕਰ ਹੈ ਨਾ ਸੂਰਾ ਆਲ ਇਮਰਾਨ ਦੇ ਵਿੱਚ, ਉਹ ਕਿਤਾਬੋ ਹਿਕਮਤ ਦੀ ਹੀ ਤਸਦੀਕ ਹੈ। ਆਮਿਰ ਭਾਈ ਹਲਕਾ ਜਿਹਾ ਮੈਸੇਜ ਦੇਖ ਲੈਣਾ ਨੀਚੇ। ਮੈਂ ਦੇਖ ਲਿਆ ਸਰ ਜੀ, ਇਹ ਅਨਸਰ ਰਜ਼ਾ ਸਾਹਿਬ ਦੀ ਡਿਬੇਟ ਹੋਈ ਐ ਸੀ ਮੁਹੰਮਦ ਸ਼ੇਖ ਸਾਹਿਬ ਦੇ ਨਾਲ ਕੈਨੇਡਾ ਦੇ ਵਿੱਚ, ਤੇ ਉਹ 1.5-2 ਘੰਟੇ ਦੀ ਡਿਬੇਟ ਹੈ। ਫਿਰ ਉੱਥੋਂ ਮੇਰੇ ਖਿਆਲ ਇਹ ਨੱਸ ਗਏ ਸਨ। ਇਹਨਾਂ 2-4 ਸਵਾਲ ਉਹਨਾਂ ਨੇ ਕੀਤੇ, ਉੱਥੇ ਗੁੱਸਾ ਕਰ ਗਏ ਅਨਸਰ ਰਜ਼ਾ ਸਾਹਿਬ ਤੇ ਉੱਥੋਂ ਦੌੜ ਗਏ ਸਨ। ਇਹਨਾਂ ਨੂੰ ਕਹੋ ਦੁਬਾਰਾ ਆਉਣਗੇ ਉੱਥੇ ਉਹਨਾਂ ਦੇ ਨਾਲ ਗੱਲਬਾਤ ਕਰਨ। ਤੁਸੀਂ ਉਹਨਾਂ ਦੇ ਪੈਰੋਕਾਰ ਹੋ ਮੁਹੰਮਦ ਸ਼ੇਖ ਸਾਹਿਬ ਦੇ? ਜੀ ਜੀ, ਮੈਂ ਉਹਨਾਂ ਦੇ ਲੈਕਚਰ ਸੁਣਨਾ ਤੇ ਉਹ ਤੋਂ ਕਾਫੀ ਫਾਇਦਾ ਹੋਇਆ ਮੈਨੂੰ। ਤੇ ਉਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਮੱਕਾ 'ਚ ਪੈਦਾ ਹੋਏ ਨੇ, ਮਦੀਨਾ 'ਚ ਫੌਤ ਹੋਏ ਨੇ, ਉਹਨਾਂ ਦੀ ਕਬਰ ਉਹਨਾਂ ਨੂੰ ਮੰਨਦੇ ਨੇ? ਨਹੀਂ, ਉਹ ਤੇ ਤੁਹਾਨੂੰ ਪਤਾ ਕੁਰਾਨ 'ਚੋਂ ਤੁਸੀਂ ਸਾਬਤ ਕਰ ਸਕਦੇ ਹੋ ਕਿ ਉਹ ਮੱਕਾ 'ਚ ਪੈਦਾ ਹੋਏ ਤੇ ਉੱਥੇ ਉਹਨਾਂ ਦੀ ਕਬਰ ਹੈ, ਜਾਂ ਕਿਸੇ ਨਬੀ ਰਸੂਲ ਦੀ ਕਬਰ, ਕਿਸੇ ਨਬੀ ਰਸੂਲ ਦੀ ਕਬਰ ਵਿਖਾ ਸਕਦੇ ਹੋ? ਕੁਰਾਨ ਤੋਂ ਸਾਬਤ ਕਰ ਸਕਦੇ ਹੋ? ਨਹੀਂ, ਕਬਰਾਂ ਤੇ ਨਹੀਂ ਨਾ। ਕੁਰਾਨ ਲੋਕਾਂ ਨੂੰ ਫੋਟੋਆਂ ਲੈ ਕੇ ਆਇਆ ਵੀ ਕਿਹੜੇ ਨਬੀ ਦੀ ਕਿੱਥੇ ਕਬਰ ਹੈ। ਉਹ ਕਬਰਾਂ ਤੇ ਲੋਕ ਕਬਰ ਪ੍ਰਸਤੀ ਤੇ ਲੱਗ ਜਾਂਦੇ। ਲੋਕ ਕਬਰ ਪ੍ਰਸਤੀ ਤੇ, ਜਿਵੇਂ ਪੀਰਾਂ ਫਕੀਰਾਂ ਦੀ ਕਬਰ ਪ੍ਰਸਤੀ ਤੇ ਲੱਗੇ ਪਏ ਨੇ, ਉਹ ਫਿਰ ਨਬੀਆਂ ਦੀ ਕਬਰ ਪ੍ਰਸਤੀ ਹੁੰਦੀ। ਮੈਂ ਉਹੀ ਕਰਨਾ ਨਾ, ਕੁਰਾਨ ਨਬੀਆਂ ਦੀਆਂ ਕਬਰਾਂ ਦੀਆਂ ਖਬਰਾਂ ਨੇ, ਲੇਕਿਨ ਆਪਣਾ ਜਿਹੜਾ ਪੈਗਾਮ ਦੇਣ ਆਇਆ ਤੇ ਉਹਦੇ ਵਾਸਤੇ ਅਗਰ ਮੁਹੰਮਦ ਸ਼ੇਖ ਜਿਹੜਾ ਹੈ ਉਹ ਨਬੀ ਅਲੈਹਿਸਸਲਾਤੁ ਵਸਲਾਮ ਦਾ ਹੀ ਮੁਨਕਰ ਹੈ ਤੇ ਉਹਦੇ ਨਾਲ ਕੌਣ ਗੱਲ ਕਰੇਗਾ? ਮੁਹਤਰਮ, ਤੁਸੀਂ ਰਸੂਲ ਨੂੰ ਨਬੀ ਬਣਾ ਰਹੇ ਹੋ। ਜੇ ਮੁਹੰਮਦ ਨੂੰ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਅਗਰ ਨਬੀ ਬਣਾ ਦਈਏ, ਉਹ ਤੇ ਨਬੀਆਂ ਤੇ ਮੋਹਰ ਨੇ, ਉਹ ਤੇ ਰਸੂਲ ਅੱਲਾਹ ਨੇ ਔਰ ਨਬੀਆਂ ਦੀ ਮੋਹਰ ਨੇ। ਉਹ ਆਪ ਨਬੀ ਨਹੀਂ ਹੈ, ਨਬੀਆਂ ਤੇ ਮੋਹਰ ਨੇ। ਹਾਂ, अल्लाह पाक कह रहे हैं ना, मा काना मोहम्मद अबा अहदुम मिन रजालिकुम वलाकिन रसूल अल्लाह, लेकिन अल्लाह का रसूल है व खातमन नबीयीन, और नबियों की मोहर है। जे ओ नबी बन जाते उन्हां ते मोहर कौन होएगा फिर? ਉਹ ਇਹ ਕੌਣ ਹੈ? या अय्युहन नबी इन्ना अरसलनाका शाहिदन व मुबश्शिरन। या ਹੁੰਦਾ ਐ, या यूहन नबी ਹੁੰਦਾ ਐ ਜੋ ਕੋਈ ਵੀ ਨਬੀ ਹੈ, ਜਿਹੜੇ ਨਬੀ ਨੇ ਉਹਨਾਂ ਨਾਲ ਮੁਖਾਤਬ ਹੋ ਰਿਹਾ ਅੱਲਾਹ ਪਾਕ। ਅੱਛਾ, ਕੋਈ ਵੀ ਹੋ ਸਕਦਾ ਤੁਹਾਡੇ ਨਾਲ ਮੁਖਾਤਬ ਹੋਵੇ। ਜਦੋਂ ਜਿਸ ਤਰ੍ਹਾਂ ਅੱਲਾਹ ਕਹਿ ਰਿਹਾ ਯਾ ਅਯੁਹੱਲਜ਼ੀਨਾ ਆਮਨੂ, ਐ ਜੋ ਈਮਾਨ ਵਾਲੇ ਹੈ, ਉਹ ਈਮਾਨ ਵਾਲੇ ਸਮਝ ਜਾਣਗੇ, ਤੇ ਜਿਹੜਾ ਨਬੀ ਹੋਏਗਾ ਨਬੀ ਨੂੰ ਮੈਸੇਜ ਆ ਜਾਏਗਾ। ਉਹ ਕਿਹੜਾ ਨਬੀ ਜਿਹੜਾ ਇੱਥੇ ਮੁਖਾਤਬ ਹੈ? ਤੇ ਉੱਥੇ ਜਦੋਂ ਯਾ ਯੂਹਨ ਨਬੀ ਲਿਖਿਆ ਤੇ ਇਹ ਤੇ ਤੁਹਾਡੇ ਉੱਥੇ ਮਿਰਜ਼ਾ ਸਾਹਿਬ ਦੇ ਹਾਂ ਨਬੂਵਤ ਜਾਰੀ ਹੈ ਨਾ, ਤੁਹਾਡੇ ਉੱਥੇ ਨਬੂਵਤ ਜਾਰੀ ਹੈ। ਮੈਂ ਇਮਰਾਨ ਸਾਹਿਬ ਸਵਾਲ ਹੈ ਆਬਦ ਨਜ਼ੀਰ ਸਾਹਿਬ ਤੇ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦੇ।
ਜਿਹੜੀ ਕੁਰਾਨ ਦੀ ਆਇਤ ਮੈਂ ਪੜ੍ਹੀ, ਯਾ ਯੁਹਨ ਨਬੀਓ ਇੰਨਾ ਅਰਸਲਨਾਕਾ ਸ਼ਾਹਿਦਨ व ਮੁਬਸ਼ਿਰਨ व ਨਜ਼ੀਰਾ, ਇਹਦੇ ਤੋਂ ਕਿਹੜਾ ਨਬੀ ਮੁਰਾਦ ਹੈ? ਕਿਹਨੂੰ ਆਖਿਆ ਇਹ ਨਬੀ? ਨਬੀ ਦਾ ਤੁਸੀਂ ਟਰਾਂਸਲੇਟ ਕੀ ਕਰਦੇ ਹੋ? ਨਬੀ ਲਫ਼ਜ਼ ਦੀ ਟਰਾਂਸਲੇਟ ਕੀ ਹੁਣ ਕਰਦੇ ਉਹਦੀ ਨਬੀ ਦੀ ਟ੍ਰਾਂਸਲੇਸ਼ਨ ਕਰਨਾ ਸ਼ੁਰੂ ਹੋ ਜਾਣਾ ਹੈ। ਹੋ? ਨਹੀਂ ਤੇ ਨਬੀ ਅਰਬੀ ਦਾ ਲਫ਼ਜ਼ ਹੈ ਤੇ ਉਹਨੂੰ ਉਰਦੂ ਚ ਕੁਛ ਨਹੀਂ ਉਹਦਾ ਬਣਦਾ ਲਫ਼ਜ਼। ਜੇ ਤੁਸੀਂ ਲੈ ਜਾਓ ਡਾਇਰੈਕਟ ਮੇਰੇ ਕੋਲ ਨੰਬਰ ਲੈ ਲਓ, ਇਹਨੂੰ ਲੈ ਜਾਓ ਮੁਹੰਮਦ ਸ਼ਾਹਿਦ ਉਹ ਸ਼ੇਖ ਕੋਲ, ਦਵਾਂ ਦੀ ਗੱਲ ਨਹੀਂ, ਤੁਸੀਂ ਉਹ ਡਿਬੇਟ ਸੁਣੋ ਨਾ ਤੇ ਤੁਹਾਨੂੰ ਪਤਾ ਲੱਗ ਜਾਏ। ਇਹ ਭਾਈ ਇਹ ਤੁਸੀਂ ਆਪਣੇ ਮੂੰਹ ਨਾਲ ਜੋ ਮਰਜ਼ੀ ਕਹੋ, ਨੱਸੇ ਹੋਣਗੇ, ਅਸੀਂ ਕਦੋਂ ਮੁਹੰਮਦ ਕਹਿੰਦੇ ਸ਼ੇਖ ਦੀ ਤੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ। ਮੈਂ ਕਈ ਦਫਾ ਕੋਸ਼ਿਸ਼ ਕੀਤੀ ਹੈ ਕਿ ਮੈਂ ਉਹ ਸੁਣੀ ਹੈ, ਸਮਝ ਨਹੀਂ ਉਹ ਆਉਂਦੀ। ਇਮਰਾਨ ਸਾਹਿਬ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਉਹ ਡਿਬੇਟ ਸੁਣੀ ਹੈ ਜੀ। ਤੇ ਦੋਵਾਂ ਦੇ ਦਲਾਇਲ ਸੁਣ ਕੇ ਤੇ ਮੈਨੂੰ ਉਲਟੀਆਂ ਆਈਆਂ ਨੇ ਕਾਫੀ ਨਾ, ਤੇ ਉਹਦੇ ਬਾਅਦ ਫਿਰ ਕਾਫੀ ਟਾਈਮ ਬਾਅਦ ਜਾ ਕੇ ਪਾਣੀ ਛਾਣੀ ਪੀਣ ਦਾ ਅਸਲ ਇਹ ਤੋਂ ਤੁਹਾਨੂੰ ਸਿੱਧੀਆਂ ਆ ਰਹੀਆਂ ਸਨ, ਤੁਹਾਨੂੰ ਉਲਟੀਆਂ ਲੱਗੀਆਂ। ਹਾਂਜੀ ਹਾਂਜੀ ਉਲਟੀਆਂ ਸ਼ੁਰੂ ਹੋ ਗਈਆਂ ਸਨ ਬਈ। ਉਹ ਜਿਹੜੇ ਦਲੀਲ ਇਹਨੂੰ ਦਿੰਦਾ ਸੀ ਨਾ, ਉਹ ਸੁਣ ਕੇ ਤੇ ਜਿਹੜੀ ਇਹ ਉਹਨੂੰ ਦਿੰਦਾ ਸੀ, ਇਹ ਦੋਵਾਂ ਦੀਆਂ ਸੁਣ ਕੇ ਮੈਨੂੰ ਉਲਟੀਆਂ ਸ਼ੁਰੂ ਹੋ ਗਈਆਂ ਸਨ। ਉਹ ਤੇ ਕੁਰਾਨ ਤੋਂ ਆਇਤਾਂ ਦੇ ਰਹੇ ਸਨ, ਇਹ ਕੀ ਦੇ ਰਹੇ ਸਨ? ਇਹ ਅੱਛਾ, ਮੈਂ ਆ ਕੁਰਾਨ ਦੀਆਂ ਦੇ ਰਹੇ ਸਨ। ਸਾਰੇ ਕੁਰਾਨ ਦੀਆਂ ਆਇਤਾਂ ਤੇ ਰਾਤੀ ਵੀ ਪੜਨ ਬੜੀਆਂ ਹੋਈਆਂ ਨੇ। ਕੁਰਾਨ ਦੀਆਂ ਆਇਤਾਂ ਛੜੀ ਬੰਦੇ ਦੀ ਇਹ ਪੈਨਲ ਤੇ ਬੈਠੇ ਆ ਬੰਦਿਆਂ ਦੇ ਵਾਸਤੇ ਉਹ ਹੋ ਸਕਦੀ ਹੈ ਕਿ ਉਹਦੀ ਫੋਕੀਅਤ ਜਾਂ ਉਹ ਕੀ ਕਹਿੰਦੇ ਸੁਪਰੀਓਰਿਟੀ ਜੀ ਸ਼ੋ ਹੋ ਜੇ, ਲੇਕਿਨ ਦਲੀਲ ਆਪਣੀ ਥਾਂ ਅਹਿਮੀਅਤ ਰੱਖਦੀ ਹੈ। ਮੈਂ ਤੁਹਾਨੂੰ ਇੱਕ ਸਵਾਲ ਕੀਤਾ ਹੈ ਵੀ ਕੁਰਾਨ ਦੇ ਵਿੱਚ ਸੂਰਾ ਹਜ਼ਾਬ ਦੇ ਵਿੱਚ ਅੱਲਾਹ ਤਾਲਾ ਫਰਮਾਇਆ ਯਾ ਅਯੁਹਨ ਨਬੀਓ ਇੰਨਾ ਅਰਸਲਨਾਕਾ ਸ਼ਾਹਿਦਨ व ਮੁਬਸ਼ਿਰਨ व ਨਜ਼ੀਰਾ व ਦਾਇਨ ਇਲੱਲਾਹ ਬਿਇਜ਼ਨਿhi व ਸਿਰਾਜਨ ਮੁਨੀਰਾ। ਇੱਕ ਨੂੰ ਆਖਿਆ ਯਾ ਅਯੁਹਨ ਨਬੀ, ਅੱਲਾਹ ਪਾਕ ਆਪਣੇ ਨਬੀ ਨੂੰ ਕਹਿ ਰਿਹਾ ਨਾ, ਜਿੰਨੇ ਵੀ ਨਬੀ ਨੇ ਉਹਨਾਂ ਸਾਰਿਆਂ ਤੋਂ ਇੱਕ ਲਾਲ ਲਾਗੂ ਹੁੰਦਾ ਨਾ। ਦੇਖੋ ਸਾਰਿਆਂ ਤੇ ਕਿਵੇਂ ਇੱਕ ਲਾਲ ਲਾਗੂ ਕਿਹੜੇ ਨਬੀ ਨੂੰ? अल्लाह पाक फरमा रहे ने शरा लकुम मिनद दीन मा वज़्ज़ा बिन नूहिन, शरा और दीन तुम्हारे लिए वही है जिसकी नसीहत हमने नूह को की, व उहैना अलैका, और हम उसकी वही तुझे कर रहे हैं, और उसी की नसीहत हमने इब्राहीम को की और मूसा को की और ईसा को की कि ला नफर्रिकु मिनद दीन, तुम दीन में तफरके फिरकेबाजी मत बनाना। ਇਹ ਮੇਰੇ ਸਵਾਲ ਦਾ ਜਵਾਬ ਤੇ ਨਹੀਂ ਇਮਰਾਨ ਸਾਹਿਬ ਜਿਹੜਾ ਮੈਂ ਸਵਾਲ ਕੀਤਾ ਹੈ। ਮੈਂ ਤੁਹਾਨੂੰ ਉਹ ਜਵਾਬ ਦੇ ਰਿਹਾ ਨਾ, ਜਿੰਨੇ ਵੀ ਨਬੀ ਨੇ ਉਹਨਾਂ ਵਾਸਤੇ ਸ਼ਰਾ ਔਰ ਦੀਨ ਸਾਰਿਆਂ ਵਾਸਤੇ ਇੱਕੋ ਜਿਹਾ ਹੀ ਹੈ। ਯਾਰ ਮੇਰਾ ਸਵਾਲ ਇਹ ਨਹੀਂ ਵੀ ਇੱਕੋ ਜਿਹਾ ਕਿ ਫਰਕੋ ਫਰਕੀ ਹੈ। ਇਮਰਾਨ ਸਾਹਿਬ ਜੀ ਤੁਸੀਂ ਮੈਨੂੰ ਦੱਸੋ, ਮੇਰੀ ਗੱਲ ਸੁਣੋ ਨਾ, ਮੈਂ ਤੁਹਾਨੂੰ ਸਵਾਲ ਕੀਤਾ ਹੈ ਵੀ ਸੂਰਾ ਹਜ਼ਾਬ ਦੀ ਇਸ 45 ਨੰਬਰ ਆਇਤ ਵਿੱਚ ਕਿਹੜੇ ਨਬੀ ਨੂੰ ਮੁਖਾਤਬ ਕੀਤਾ ਗਿਆ? ਤੁਸੀਂ ਕਹਿੰਦੇ ਹੋ ਵੀ ਸਰਾਏ ਆਲਮਗੀਰ ਮੱਝਾਂ ਅੱਜ ਕੱਲ 2-2 ਲੱਖ ਦੀਆਂ ਹੋ ਗਈਆਂ। ਇਹਦੇ ਨਾਲ ਕੋਈ ਮੇਰਾ ਕੋਈ ਹੈ ਲੈਣ ਦੇਣ ਮੇਰੇ ਸਵਾਲ ਦਾ? ਯਾਨੀ ਕਿ ਇਹ ਤੁਹਾਨੂੰ ਨੂਹ ਅਲੈਹਿਸਲਾਮ, ਇਬਰਾਹੀਮ ਅਲੈਹਿਸਲਾਮ, ਮੂਸਾ ਅਲੈਹਿਸਲਾਮ, ਈਸਾ ਅਲੈਹਿਸਲਾਮ, ਇਹ ਤੁਸੀਂ ਮੱਝਾਂ ਗਾਵਾਂ ਨਾਲ ਮੇਰੇ ਸਵਾਲ ਦਾ ਜਵਾਬ ਹੀ ਨਹੀਂ ਨਾ। ਇਹ ਨਹੀਂ, ਤੁਸੀਂ ਦੇਖੋ ਤੁਹਾਡੀ ਅਕਲ ਤੇ ਮੈਂ ਵਾਰੀ ਜਾਵਾਂ, ਤੁਸੀਂ ਮੈਂ ਨਬੀਆਂ ਰਸੂਲਾਂ ਦੇ ਨਾਮ ਲੈਣੇ, ਤੁਸੀਂ ਉਹਨਾਂ ਨੂੰ ਮੱਝਾਂ ਕਿਹੜੇ ਨਬੀਆਂ ਰਸੂਲਾਂ ਦੇ ਨਾਲ, ਕਿਹੜੇ ਨਬੀਆਂ ਰਸੂਲਾਂ ਦੇ ਨਾਲ ਲਏ ਜੇ? ਮੈਂ ਨੂਹ ਅਲੈਹਿਸਲਾਮ ਦਾ ਹੁਣੇ ਨਾਮ ਲਿਆ, ਇਬਰਾਹੀਮ ਅਲੈਹਿਸਲਾਮ ਨਬੀ ਸਨ, ਮੂਸਾ ਅਲੈਹਿਸਲਾਮ ਦਾ ਲਿਆ, ਈਸਾ ਅਲੈਹਿਸਲਾਮ ਦਾ ਲਿਆ, ਤੁਸੀਂ ਨਾਲ ਮੱਝਾਂ ਗਾਵਾਂ ਨਾਲ। ਮੈਂ ਤਾਂ ਤੁਹਾਡੀ ਹੈਰਾਨਗੀ ਹੈ ਤੁਹਾਡੀ ਅਕਲ। ਇਮਰਾਨ ਸਾਹਿਬ ਸੋੜੇ ਨਹੀਂ ਪੈਣਾ। ਨੂਹ ਅਲੈਹਿਸਲਾਮ ਨਬੀ ਸਨ? ਨੂਹ ਅਲੈਹਿਸਲਾਮ ਅੱਲਾਹ ਦੇ ਨਬੀ ਰਸੂਲ ਸਨ। ਕਿੱਥੇ ਲਿਖਿਆ ਹੈ? ਦਿਓ ਦਲੀਲ ਵਾਲਾ। ਅੱਛਾ, ਉਹ ਸੂਰਾ ਅੰਬੀਆ ਖੋਲੋ, ਇਹ ਲੋ ਜੀ ਸੂਰਾ ਅੰਬੀਆ ਖੋਲੋ, ਉਹਦੇ ਤੇ ਪੜੋ ਹਵਾਲਾ ਨੂਹ ਅਲੈਹਿਸਲਾਮ। ਕਿਹੜੀ ਆਇਤ ਖੋਲਾਂ? ਦੱਸੋ ਆਇਤ ਨੰਬਰ ਦੱਸੋ। ਨੂਹ ਅਲੈਹਿਸਲਾਮ ਅੱਲਾਹ ਦੇ ਨਬੀ ਰਸੂਲ ਤੁਸੀਂ ਨਹੀਂ ਮੰਨਦੇ? ਮੈਂ ਕਿਹਾ ਤੁਸੀਂ ਦਲੀਲ ਦੇਣੀ ਹੈ ਜਿਹੜੀ ਗੱਲ ਕੀਤੀ ਹੈ। ਸੂਰਾ ਅੰਬੀਆ ਦੀ ਆਇਤ ਨੰਬਰ ਦੱਸੋ। ਵਹੀ ਅੱਲਾਹ ਨੇ ਕੀਤੀ ਆਪਣੇ। ਮੈਂ ਹੁਣ ਜਿਹੜੀ ਗੱਲ ਕੀਤੀ ਇਮਰਾਨ ਸਾਹਿਬ ਸੱਜੇ ਖੱਬੇ ਨਾ ਹੋਵੋ ਨਾ, ਮਿਹਰਬਾਨੀ ਕਰੋ। ਸੂਰਾ ਅੰਬੀਆ ਦੀ ਆਇਤ ਨੰਬਰ ਦੱਸੋ। ਇੱਕ ਮਿੰਟ ਹੁਣ ਮੈਨੂੰ ਕੁਰਾਨ ਖੋਲ ਲੈਣ ਦਿਓ ਨਾ, ਤੁਹਾਨੂੰ ਦੱਸ ਦਿੰਦੇ। ਸੂਰਾ ਅੰਬੀਆ ਕੀ ਨੰਬਰ? ਇੱਕ ਮਿੰਟ। या युहन नबी, नबी मुखातब है, नबी कोई कोई या युहन नबी। देखो या युहन ਦਾ ਤੁਸੀਂ ਕੀ ਤਰਜਮਾ ਕਰ ਰਹੇ ਹੋ? या युहन नबी ਨਹੀਂ, या ਦਾ ਮਤਲਬ ਤੇ ਹੋ ਗਿਆ ਐ, ਤੇ या युहन ਦਾ ਕੀ ਮਤਲਬ ਹੋਗਾ? ਐ ਜੋ ਕੋਈ ਵੀ, ਇਹ ਜੋ ਕੋਈ ਵੀ ਜਿਹੜੇ ਵੀ ਨਬੀ ਨੇ, ਉਹ ਸਾਰਿਆਂ ਤੇ ਲਾਗੂ ਲਾ ਇੱਕੋ ਹੁੰਦਾ ਮੇਰਾ ਭਰਾ। ਉਹ ਭਾਈ ਉਸ ਵੇਲੇ ਕਿਹੜੇ ਨਬੀ ਮੌਜੂਦ ਸੀ? ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਵਕਤ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਵਕਤ ਕਿਹੜੇ ਨਬੀ ਮੌਜੂਦ ਸੀ? ਉਹ ਸਾਰੇ ਨਬੀਆਂ ਵਾਸਤੇ ਉਹ ਯਾਨੀ ਜਿਹੜੇ ਗੁਜ਼ਰੇ ਹੋਏ ਨਬੀ ਉਹਨਾਂ ਨੂੰ ਮੁਖਾਤਬ ਕਰਦਾ ਕਿ
ਹਰ ਨਬੀ ਨੂੰ ਮੁਖਾਤਬ, ਇਹ ਗੁਜ਼ਰੇ ਹੋਏ ਨਬੀ ਕਿਹੜੇ ਅੱਲਾਹ ਮੈਂ ਪਾਕ ਤੁਸੀਂ ਕਹਿੰਦਾ ਉਹਨਾਂ ਨੂੰ ਜਿਹੜੇ ਜਿਹੜੇ ਯਾਰ ਅੱਲਾਹ ਕੰਮ ਦੇ ਲੱਗੇ ਨੇ ਵਿੱਚ ਉਹ ਤਾਂ ਮਸਲਾ ਹੱਲ ਕਰ ਲੈਂਦੋ ਨਾ। ਸੂਰਾ ਅੰਬਿਆ ਚੋਂ ਹਾਂ ਹਾਂਜੀ ਉਦਲਾ ਇਸਲਾਮ ਦਾ ਮੈਂ ਤੁਹਾਨੂੰ ਦਿਖਾ ਦਿੰਦਾ ਜੀ, ਨੂਹ ਅਲੈਹ ਇਸਲਾਮ ਦਾ। ਨਬੀ ਸਾਬਤ ਕਰਨਾ ਜੀ ਉਦਲਾ ਆਪਣਾ ਨੂਹ ਅਲੈਹ ਇਸਲਾਮ। ਠੀਕ ਹੈ ਜੀ, ਹੁਣ 2 ਮਿੰਟ ਦੇ ਦਿਓ, ਮੈਂ ਤੁਹਾਨੂੰ ਸਾਬਤ ਕਰ ਦਿੰਦਾ। ਠੀਕ ਹੋ ਗਿਆ, ਤੁਸੀਂ ਗੱਲ ਕਰੋ ਜੀ ਇੰਨੀ ਦੇਰ ਨੂੰ ਅਬੂ ਬਕਰ ਭਾਈ ਜਿਹੜੀ ਕਰਨ ਲੱਗੇ ਸੀ। ਠੀਕ ਹੋ ਗਿਆ। ਮਸਲੇ ਮਤਲਬ ਇਹ ਬੜੇ ਭਾਈ, ਮਸਲੇ ਬੜੇ। ਸਾਰਿਆਂ ਨਬੀਆਂ ਨੂੰ ਇਹ ਮੰਨਦੇ ਨੇ ਤੇ ਸਿਰਫ ਨਬੀ ਅਲੈਹ ਇਸਲਾਮ ਦਾ ਇਨਕਾਰ ਕਰਦੇ ਨੇ ਤੇ ਆਂਦੇ ਨੇ ਸਾਡੇ ਨਾਲ ਅਨਸਰ ਰਜ਼ਾ ਦੀ ਗੱਲ ਕਰਾਓ ਮੁਹੰਮਦ ਸ਼ੇਖ ਨਾਲ। ਬਈ ਮੁਹੰਮਦ ਸ਼ੇਖ ਜਾਣੇ ਤੇ ਅਨਸਰ ਰਜ਼ਾ ਜਾਣੇ, ਅਬਦੁੱਲਾ ਆਤਮ ਤੇ ਮਿਰਜ਼ਾ ਸਾਹਿਬ ਚ ਅਸੀਂ ਕੀ ਆਖੀਏ, ਚੰਗਾ ਕਿਹੜਾ ਤੇ ਮਾੜਾ ਕਿਹੜਾ। नहीं आमिर नदीर साहब ਤੁਹਾਨੂੰ ਪਤਾ ਹੈ ਕਿ ਮੁਹੰਮਦ ਸ਼ੇਖ ਦਾ ਪੈਗਾਮ ਹੈ ਕੀ? ਮੈਂ ਤੇ ਅੱਜ ਤੱਕ ਨਹੀਂ ਸਮਝ ਆਇਆ। ਉਹ ਹੀ ਹੈ ਜਿਹੜਾ ਮੈਂ ਤੁਹਾਨੂੰ ਅੱਗੇ ਦੱਸਿਆ, ਉਲਟੀ ਆ ਜਾਂਦੀ ਸੁਣ ਕੇ। ਇਹੀ ਹੈ ਬਸ। ਵੀ ਠੀਕ ਹੈ, ਉਹਦੀ ਕੋਈ ਅੰਡਰਸਟੈਂਡਿੰਗ ਹੋਏਗੀ, ਲੇਕਿਨ ਮੇਰਾ ਮਤਲਬ ਹੈ ਕਿ ਉਹ ਕੀ ਨਹੀਂ ਚੱਲਦੀ। ਉਹ ਕਦੀ ਇਹ ਵਾਲੀ ਆਇਤ ਪੇਸ਼ ਕਰਦਾ, ਫਿਰ ਕੋਈ ਦੂਸਰੀ ਆਇਤ ਪੇਸ਼ ਕਰਦਾ। ਇੱਕ ਗੱਲ तारक साहब ਕਰਦਾ तारक साहब ਉਹਦਾ ਪਤਾ ਕੀ ਪੈगाम है? ਉਹਦਾ ਪਤਾ ਕੀ ਪੈगाम है? मेरे से कुरान से बात करो, ਤੇ ਫਿਰ ਮੈਂ ਜੋ ਮਰਜ਼ੀ ਕਰਦਾ ਰਵਾਂ ਕੁਰਾਨ ਨਾਲ, ਮਾਜ਼ੱਲਾ। ਨਹੀਂ ਚਲੋ ਉਹ ਤੇ ਠੀਕ ਹੈ, ਉਹ ਤੇ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦਾ। ਜਿਹੜੇ ਹਾਕਮ ਉਹਦੇ ਮੰਨਦੇ ਨੇ ਉਹ ਵੀ ਇਹੀ ਕਹਿੰਦੇ ਨੇ, ਹਮਸੇ ਕੁਰਾਨ से बात करो। ਹੁਣ ਉਹ ਭੱਟੀ ਸਾਹਿਬ ਵੀ ਕਹਿ ਰਹੇ हैं। ਭੱਟੀ ਸਾਹਿਬ ਨੇ ਹਜੇ ਤੱਕ ਉਹ ਕਰ ਰਹੇ ਨੇ। ਟੁੰਡਨ ਦੇ ਤੁਸੀਂ ਆਪਣੀ ਗੱਲਬਾਤ ਕਰੋ, ਨਾ ਡਿਸਟਰਬ ਨਾ। ਮੈਂ ਦੇਖ ਰਿਹਾ। ਆਹੋ ਖਲੋ ਜਾ ਤੁਸੀਂ ਯਾਰ ਆਪ ਨਾ ਅਬੂ ਬਕਰ ਭਾਈ, ਅਬੂ ਬਕਰ ਭਾਈ ਤੁਸੀਂ ਆਪਣਾ ਉਹ ਸਵਾਲ ਕਰੋ ਜਿਹੜਾ ਤੁਹਾਡਾ ਇਸ਼ਕਾਲ ਸੀ ਉਨੀ ਦੇਰ ਤੁਸੀਂ ਤੱਕ। ਆਪ ਨਾ ਉਂਗਲੀ ਲੈ ਕੇ ਉਹਨਾਂ ਨੂੰ ਫੜ ਕੇ ਤੋਰੋ, ਉਹਨਾਂ ਨੂੰ ਆਪੋ ਟੁਰਨ ਦੇ। मलानी वाला तंसुर
ਉਹ ਕੀ ਹੋ ਗਿਆ? ਨਹੀਂ, ਮੈਂ ਨਾ ਹੱਥ ਤੋਂ ਚਲਾ ਗਿਆ ਸੀ ਕਿ ਸਵਾਲ ਤੁਹਾਡਾ ਮੈਨੂੰ ਸਮਝ ਉਸੇ ਵੇਲੇ ਹੀ ਆ ਗਿਆ ਸੀ ਜਿਸ ਵਿੱਚ ਤੁਸੀਂ ਸ਼ੁਰੂ ਕੀਤਾ ਸੀ, ਤੇ ਮੈਂ ਉਧਰ ਖਾਣਾ ਖਾਣ ਲੱਗਾ ਤੇ ਜ਼ਰਾ ਹੱਥ ਤੋਂ ਚਲਾ ਗਿਆ ਸੀ। ਕੋਈ ਨਹੀਂ, ਉਹ ਜਿਹੜੇ ਨੇ 3-4 ਬੰਦੇ, ਉਹ ਮੇਰਾ ਖਿਆਲ ਹੈ ਕਿ ਗੌਰੋ ਫਿਕਰ ਕਰ ਰਹੇ ਨੇ, ਤੇ ਦੁਆ ਕਰੋ ਦੂਜਿਆਂ ਨੂੰ ਵੀ ਅੱਲਾ ਤੌਫੀਕ ਦੇ ਤੇ ਸਾਰੇ ਗੌਰੋ ਫਿਕਰ ਕਰਨ। ਇਹ ਅਨਸਰ ਹੈ। आमिर भाई वो एक ड्रॉ डाउन हो गई है। ਲਓ ਮੀਰ ਸਾਹਿਬ, ਅਬਦੁਲ ਸਾਹਿਬ ਵੀ ਆਏ ਨੇ, ਉਹਨਾਂ ਨਾਲ ਵੀ ਗੱਲ ਕਰੋ। अस्सलामु अलैकुम। जी वालेकुम सलाम। ਵੈਰੀਕਮ। ਸੂਰਾ ਨਿਸਾ ਦੀ 163 ਵੇਖ ਲਓ, ਤੇ ਸੂਰਾ 7 ਦੀ 59 ਵੇਖ ਲਓ, ਸੂਰਾ 23 ਦੀ 20 ਤੇ 23 ਹੁਣ ਸਾਨੂੰ ਨਹੀਂ ਆਉਂਦੀ। ਲਓ ਜੀ, ਮੈਂ ਤੁਹਾਨੂੰ 23 ਸੂਰਾ ਸਜਦਾ। ਆਹਾ, 23 ਸੂਰਤ ਹੀ ਬਦਲ ਗਈ। ਸੂਰਾ ਮੋਮਿਨੂਨ। आ गई जी, ਉਹਦੀ 23 ਨੰਬਰ ਆਇਤ आ गई है। अल्लाह पाक फरमाते ने, यकीनन यकीनन हमने नूह को उसकी कौम की तरफ भेजा रसूल बनाकर। इसने कहा, ऐ मेरी कौम के लोगों, अल्लाह की नौकरी करो और उसके सिवा तुम्हारा कोई माबूद पढ़ लो, आयत ते पढ़ो, पता लगी अरबी की या की तर्जमा करी जांदे हो। आयत ते पढ़ो। वलकद अरसलना नूहन इला कौमिही फकाला या कौमिही अब्दुल्लाहि वलकुम मिन इलाहि गैरि अफला तत्तकून। ਇੱਥੇ ਕਿੱਥੇ ਲਿਖਿਆ ਕਿ ਨੂਹ अलैहिस्सलाम नबी या रसूल ने? वही गल नहीं अल्लाह जिन्हों कौम की तरफ भेजा, अरसलना नहीं लिखा कि हमने भेजा नूह को उसकी कौम की तरफ, तो वो रसूल नहीं है। आपने साबित करना ना, अरसलना का मतलब तो होता है भेजना। हाँ, तो अल्लाह ने भेजा नबी साबित करो, नबी। अपना पैगाम दे। तो अल्लाह ने हमें भी, अल्लाह ने ही भेजा है, हम नबी हैं। हमें किसने भेजा? ਤੁਹਾਨੂੰ ਵੀ ਅੱਲਾ ਨੇ ਭੇਜਿਆ, ਤੇ ਤੁਸੀਂ तो फिर ऐसे रसूल हाँ, ते ਅਸੀਂ नबी हैं। ਅੱਲਾ ਨੇ ਕਿਹੜੇ ਕੰਮ ਵਾਸਤੇ ਤੁਹਾਨੂੰ ਭੇਜਿਆ? ਉਹ ਜਿਹੜੇ ਵੀ ਕੰਮ ਵਾਸਤੇ ਭੇਜਿਆ, ਤੁਸੀਂ ਅਰਸਲਨਾ ਤੋਂ ਨਬੀ ਬਣਾ ਰਹੇ ਹੋ। ਰਸੂਲਾਂ ਦੀ ਇਤਿਬਾ ਕਰਨ ਵਾਸਤੇ ਭੇਜਿਆ ਤੁਹਾਨੂੰ। ਇਹ ਅਰਸਲਨਾ ਤੋਂ ਤੁਸੀਂ ਹਜ਼ਰਤ ਨੂਹ अलैहिस्सलातु वस्सलाम ਦੇ ਨਬੀ ਹੋਣ ਦੀ ਦਲੀਲ ਦੇ ਰਹੇ ਹੋ, ਤੇ ਅਰਸਲਨਾ ਉਹ ਸਾਨੂੰ ਵੀ ਭੇਜਿਆ ਅੱਲਾ ਨੇ। ਅੱਲਾ ਪਾਕ ਕੇ ਇੱਕ ਜਗ੍ਹਾ ਤੇ 18 ਨਬੀਆਂ ਦੇ ਨਾਮ ਲੈ ਕੇ, ਨੂਹ अलैहिस्सलाम ਦਾ ਵੀ ਨਾਮ ਲੈ ਕੇ ਕਹਿ ਰਿਹਾ, ਹਮਨੇ ਦੀ ਉनको ਕਿਤਾਬ, ਹੁਕਮ ਔਰ ਨਬੂਵਤ। ਉਹ ਵੀ ਨਹੀਂ ਮੰਨਣਾ ਤੁਸੀਂ? ਉਹ ਕਿੱਥੇ? ਉਹ ਭਾਈ ਅਸੀਂ ਤਾਂ ਮੰਨਦੇ ਆ, ਤੁਸੀਂ ਕੁਰਾਨਿਸਟ, ਤੁਸੀਂ ਸਬੂਤ ਦਿਓ ਨਾ ਇਹਦਾ। ਵੀ ਇਹ ਵੇਖੋ
ਨੂਹ अलैहिस्सलाम ਨੂੰ ਅੱਲਾਹ ਦਾ ਨਬੀ ਕਿਹਾ ਗਿਆ? ਭਾਈਜਾਨ ਸੂਰਾ ਨਾਮ ਦੇ ਵਿੱਚ ਅੱਲਾਹ ਪਾਕ 18 ਨਬੀਆਂ ਦੇ ਨਾਮ ਲੈ ਕੇ ਕਿੱਥੇ ਕਹਿ ਰਿਹਾ ਹੈ ਤਿਲਕਾ ਹੁਜਤਨਾ ਇਬਰਾਹੀਮ ਅਲਾ ਕੌਮ ਹੀ, ਉਹ ਆਇਤ ਉੱਥੋਂ ਸ਼ੁਰੂ ਆ ਦਿਓ ਕਿੱਥੇ ਹੈ ਨੂਹ अलैहिस्सलाम ਦਾ? ਉਹਦੇ ਚ ਨੂਹ अलैहिस्सलाम ਦਾ ਵੀ ਨਾਮ ਲੈ ਕੇ ਕਹਿ ਰਿਹਾ ਕਿ ਹਮਨੇ दी उनको किताब हुक्म और नबूवत ਕਹਿ ਲੈਂਦੇ ਉਹਨੇ। ਹਾਂਜੀ ਹਾਂ ਇਹਨਾਂ ਦਾ ਨਬੀ ਹੈ। ਉਹ ਮਿਸਾਲ ਦੇ ਰਿਹਾ ਨਾ ਕਿ ਕవ్ਵੇ ਨੇ ਕੀ ਕੀਤਾ, ਕవ్ਵੇ ਨੇ ਕੀ ਕੀਤਾ, ਮਿਸਾਲ ਵੀ ਅੱਲਾ ਦੇ ਰਿਹਾ ਨਾ। ਨਾਲ ਆਦਮ ਦੇ 2 ਬੇਟਿਆਂ ਦਾ ਵਾਕਿਆ ਵੀ ਤੇ ਦੱਸੋ ਨਾ ਜਨਾਬ, ਅੱਧੀ ਸਟੋਰੀ ਖਾ ਨਾ ਜਾਇਆ ਕਰੋ। ਤੁਹਾਡੇ ਕੋਲ ਜਿਹੜਾ ਪੁੱਛ ਰਹੇ ਆ ਉਹ ਦੱਸੋ, ਇੱਧਰ ਉੱਧਰ ਨਾ ਜਾਓ, ਛਾਲਾ ਨਾ ਮਾਰੋ। ਜਿਹੜਾ ਕੋਈ ਤੁਹਾਡੇ ਕੋਲ ਪੁੱਛ ਰਿਹਾ ਉਹਦਾ ਸਬੂਤ ਦੇ ਦਿਓ, ਗੱਲ ਮੁੱਕੀ। ਰੌਲਾ ਕਿਹੜੀ ਗੱਲ ਦਾ? ਅੱਲਾ ਤੁਹਾਨੂੰ ਸਬੂਤ ਪੂਰਾ ਸਬੂਤ ਦੇ ਦੇ ਆ ਦਿਓ ਜੀ। तिल का हुज्जतना इब्राहिम अला कौम ही। इसके बाद अगर हम लोग हमने इब्राहिम और इस्माइल और फिर ਉਹਦੇ ਵਿੱਚ ਨੂਹ अलैहिस्सलाम ਦਾ ਵੀ ਆਂਦਾ। ਫਿਰ ਅੱਲਾਹ ਪਾਕ ਕਹਿੰਦਾ ਹੈ ਉनको हमने दी किताब हुक्म और नबूवत। अरबी ਉਹ ਭਾਈ ਨਾ ਤੇ ਅਸੀਂ ਤੁਹਾਨੂੰ ਕਿਤਾਬ ਦਾ ਪੁੱਛ ਰਹੇ ਆ, ਨਾ ਅਸੀਂ ਤੁਹਾਨੂੰ ਭੇਜਣ ਦਾ ਪੁੱਛ ਰਹੇ ਆ। ਅਸੀਂ ਪੁੱਛ ਰਹੇ ਆ ਕਿ ਨੂਹ अलैहिस्सलाम ਨੂੰ ਅੱਲਾਹ ਤਾਲਾ ਨੇ ਕਿੱਥੇ ਫਰਮਾਇਆ ਕਿ ਨੂਹ अलैहिस्सलाम ਅੱਲਾਹ ਦੇ ਨਬੀ ਨੇ? ਇਹਦਾ ਸਬੂਤ ਦੇ ਦਿਓ। ਉਹਨਾਂ ਨੂੰ ਹਕੂਮਤ ਨਬੂਵਤ ਔਰ ਕਿਤਾਬ ਦਿੱਤੀ, ਕਹਿ ਨਹੀਂ ਰਿਹਾ? ਇਹ ਦਿਖਾ ਦਿਓ ਨਾ ਕਿੱਥੇ ਲਿਖਿਆ ਹੈ, ਕਿੱਥੇ ਲਿਖਿਆ ਹੈ। ਲਓ ਤੁਹਾਨੂੰ ਦਿਖਾ ਦਿੰਦਾ। ਸੂਰਾ ਨਿਸਾ ਵੀ ਕੱਢੋ ਨਾ 163। हेलो जी, आ गई जे सूरा सूरा 83 सूरा नाम दी, सूरा आले नाम दी 83 तो लग के ते ए आ रही जे ऑल द वे, ए आ रही सूरा नाम दी 90 तक, ਤੇ ਜਿੱਥੇ ਉਹਨਾਂ ਨੂੰ ਕਹਿ ਰਿਹਾ ਉਲਾਇਕ ਅੱਲਾਜ਼ੀਨਾ ਆਤੈਨਾਮੁਲ ਕਿਤਾਬ ਵਲ ਹੁਕਮ ਵਨ ਨਬੂਵਤ। ਉਹ ਭਾਈ ਸਹੀ ਪੜ੍ਹ ਲਾ, ਕੁਰਾਨ ਤੇ ਸਹੀ ਪੜ੍ਹ ਲਓ, ਵੱਡੇ ਤੁਸੀਂ ਕੁਰਾਨਿਸਟ। ਵਤਿਲਕਾ ਹੁਜਤਨਾ ਆਤੈਨਾ ਹੁਜਤਨਾ, ਇਹ ਹੁਜਤ ਨਾਲ ਲਿਖਿਆ ਹੋਇਆ, ਹੁਜਤ ਨਾਲ ਲਿਖਿਆ ਹੋਇਆ, ਇਹ ਤਿਲਕਾ ਹੁਜਤ ਨਾਲ ਲਿਖਿਆ ਹੋਇਆ। ਯਾਰ ਹੁਣ ਜਵਾਬ ਸੁਣਨਾ ਜਾਂ ਬੇਟੇ ਟੈਂ ਜਵਾਬ ਕਿਸ ਨੂੰ? ਕੁਰਾਨ ਤੇ ਸਹੀ ਪੜ੍ਹ ਲੈ, ਜਵਾਬ ਸੁਣਨਾ। ਕੁਰਾਨ ਪੜ੍ਹਨਾ ਨਹੀਂ ਆਉਂਦਾ ਤਾਂ ਜਵਾਬ ਸੁਣ ਲੈ। ਤੂੰ ਚੁੱਪ ਕਰੇਗਾ ਤੇ ਹੁਣ ਮੈਨੂੰ ਪੜਨ ਦੇਗਾ ਤੇ ਸਹੀ ਪੜੇਗਾ ਤੇ ਮੈਂ ਕੁਸਕਦਾ ਵੀ ਕੁਰਾਨ ਵਿੱਚ ਵੀ ਤੂੰ ਟੈਂ ਲੱਗਾ। ਹੁਣ ਤੇ ਕੁਰਾਨ ਗਲਤ ਪੜੀ ਜਾਓ ਤੇ ਇਮਾਮ ਨੂੰ ਵੀ ਟੋਕਣ ਦਾ ਹੁਕਮ ਹੈ, ਇਮਾਮ ਨੂੰ ਵੀ ਟੋਕਣ ਦਾ। ਤੂੰ ਕਿਹੜਾ ਕੁਰਾਨ ਪੜ ਰਿਹਾ? ਤੇਰੀ ਬਿਮਾਰੀ ਦਾ ਕੁਰਾਨ ਜਿਹੜਾ ਗਲਤ ਪੜੇ ਇਮਾਮ ਨੂੰ ਵੀ ਟੋਕ ਕੇ ਲੁਕਮਾ ਦੇਣਾ ਜ਼ਰੂਰੀ ਆ। ਪੜ ਲੈਂਦੇ ਜਾਹਿਲ ਕੁਰਾਨ ਗਲਤ ਪੜੀ ਜਾਂਦਾ ਤੇ ਆਖੇ ਟੋਕੀ ਨਾ, ਗਲਤ ਤਰ੍ਹਾਂ ਪੜ, ਸਹੀ ਪੜ ਤੇ ਮੈਂ ਕੁਸਕਦਾ ਵੀ ਨਹੀਂ। ਪੜ ਤੇ ਲੈਣ ਦੇ, ਤੂੰ ਨੂਹ ਨੂੰ ਨਬੀ ਨਹੀਂ ਸਹੀ ਪੜ, ਮੈਂ ਤੈਨੂੰ ਨਹੀਂ ਰੋਕਦਾ, ਸਹੀ ਪੜ, ਸ਼ਾਬਾਸ਼। ਨੂਹ अलैहिस्सलाम ਨੂੰ ਨਬੀ ਰਸੂਲ ਹੀ ਨਹੀਂ ਮੰਨ ਰਿਹਾ। ਮੈਂ ਤੇ ਮੰਨਦਾ ਵਾਂ, ਮੈਂ ਤੂੰ ਕਿਹੜੇ ਬਦਬਖਤ ਨੇ ਤੈਨੂੰ ਕਿਹਾ ਮੈਂ ਨਹੀਂ ਮੰਨਦਾ? ਮੰਨ ਹੀ ਨਹੀਂ ਰਿਹਾ ਤੂੰ। ਮੇਰੇ ਤੋਂ ਸਵਾਲ ਕਰਦਾ ਕਿ ਮੈਨੂੰ ਸਬੂਤ ਦੇਣਾ ਵਾ। मैं तेन सबूत ही देंदा पिया हूं। जिस तरीके तुसी मानते हो इस बात का सबूत कुरान से दिखाएं, सबूत हुन दिखा कुरान चो। ओ मैं तन्नू दिखा कुरान से दिखाएं ते मैं की करा? अखा मीट के नहीं, मेरा सारा कुछ खुले। तू कुरान सही पढ़, मैं कुसकदा भी नहीं, बोलदा भी नहीं। कुरान सही पढ़, शाबाश। सुनेगा बड़े कुरानिस्ट आ गए थे, कुरान हमने सिखाना है। पढ़ना आंदा कोई नहीं है, मैं उत्ते देख के भी गलत पढ़ी जांदे। सुनेगा ओ सुन ते हुज्जतना चुप ये कितने लिखा है हुज्जतना? हैं चुप करके सही तरह बंदे तरह सही पढ़, जे पढ़ना आंदा नहीं सही पढ़ना तो 10 मिनट नहीं पढ़ना आंदा। तू जनानियां कोल चुप ते कर जा, जे मैं बंदियां कोल पढ़ना। फिर जनानियां नु कर भी तू बंदा बन जा, तू सही अवान साहब पूरी शर्मिंदगी दी गल नहीं ए जनानियां वाली चल दोबारा पढ़, हुन सही पढ़ी, हुन गलत ना पढ़ी। अवान साहब कोई शर्मिंदगी दी गल नहीं है। पढ़, शाबाश। चुप करेगा बेहतरी सलाह हो जाती है। चुप करने का, चल पढ़, शाबाश। हुन आयत नंबर 10 केड़ी पढ़न लगा? शैतानिर रजीम बिस्मिल्लाहिर रहमानिर रहीम। आयत नंबर 10 केड़ी आतैना आयत नंबर 10 एक मिनट, आयत नंबर 10 आयत छाला ना मारा। आयत नंबर 10 दर्जा मन यशाउ इन रब्बुका हकीमुल। ओ एक मिनट ठहर जा, ठहर जा। आयत नंबर 10 केड़ी पढ़ रहे हैं? व याकूबा कुल्लन हदैना। सारा गलत पढ़ी जाना, एक लफ्ज सही नहीं पढ़या तू, सारा गलत पढ़ी जाना। ही व दाऊदा व इमरान साहब गलत नहीं पढ़न देना इत्थे कुरान पाक। ए ਤੁਹਾਡਾ शेख नहीं बैठा इत्थे जिदे अगे मर्जी चौला मारी जाओ।
ਜਾਓ ਕੁਰਾਨ ਪਾਕ ਸਹੀ ਪੜੇਗਾ ਤੇ ਤੈਨੂੰ ਪੜਨ ਦੇਣਗੇ ਇੱਥੇ ਸਹੀ ਨਹੀਂ ਪੜੇਗਾ ਤੇ ਕਿਸੇ ਪੜਨ ਨਹੀਂ ਦੇਣਾ ਤੈਨੂੰ ਵੱਡੇ ਕੁਰਾਨਿਸਟ ਆ ਗਿਆ ਕੁਰਾਨ ਸਹੀ ਪੜ ਸ਼ਾਬਾਸ਼ ਜਿੰਨੀ ਦੇਰ ਤੱਕ ਕੁਰਾਨ ਸਹੀ ਨਹੀਂ ਪੜੇਗਾ ਤੈਨੂੰ ਅੱਗੇ ਕੋਈ ਨਹੀਂ ਜਾਣ ਦੇਣਾ ਕਿਸੇ ਨੇ ਵੀ ਕੁਰਾਨ पाक सही पढ़ शाबाश शाबाश मेरा बच्चा